सतनाम वाहिगुरु साहिब जी। सतनाम वाहिगुरु साहिब जी। एक ओंकार सतनाम करता पुरख निर्भौ निर्वैर अकाल मूरत अजूनी सैभं गुर प्रसाद जाप आद सच जुगाद सच है भी सच नानक होसी भी सच। हूँ आया दूरों चल के मैं तकी तो सरणाए जियो। मैं आशा रखी चित्त में मेरा सब दुख गवाए जियो। तीने ताप निवारण हारा दुखांता सुख रास। ताको विघ्न न को लागै जाकी प्रभ आगै अरदास। सतनाम वाहिगुरु साहिब जी। आसा महला पंजवा। परदेस झाग सौदे को आया बस्त अनूप सुनी लावाया। परदेस झाग सौदे को आया बस्त अनूप सुनी लावाया। गुण रास बन पल्लै आनी देख रातन एहो मन लपटानी। साहबा भारी द्वारै आए बखर काढ़ हो सौदा कराए। रहाओ साहे पठाया साहे पास अमोल रतन अमोला रास। बिष्ट सभाई पाया मीत सौदा मिलया निहचल चीत। भौ नहीं तस्कर पौण ना पानी सहज बिहाजी सहज लै जानी। सत कै खटिया दुख नहीं पाया सही सलामत घर लै आया। मिलिया लाहा भय आनंद धन साहा पूरे बकसिंद। एहो सौदा गुरमुख किनै बिरलै पाया सहेली खेप नानक लै आया। एहो सौदा गुरमुख किनै बिरलै पाया सहेली खेप नानक लै आया। वाहिगुरु जी का खालसा वाहिगुरु जी की फतेह। जुगो जुग अटल चवर तख्त दे मालक लोक परलोक दे राखे। जाहरा जहूर हाजरा हजूर सर्ब कला भरपूर। जागदी जोत धन धन साहिब श्री गुरु ग्रंथ साहिब महाराज जी।
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ ਗੁਰੂ ਦਰਬਾਰ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਮਨੁੱਖਾ ਜਨਮ ਦੀਆਂ ਘੜੀਆਂ ਨੂੰ ਸਫਲਾ ਕਰਦੇ ਹੋਏ ਗੁਰੂ ਦੀ ਬਾਣੀ ਦੀ ਵਿਚਾਰ ਸ਼ਰਵਣ ਕਰਦੇ ਹੋਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਬੁਲੰਦ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ 372 ਅੰਗ ਤੇ ਆਸਾ ਰਾਗ ਦੇ ਅੰਦਰ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਹੈ। ਬਾਣੀ ਦੁਆਰਾ ਗੁਰੂ ਅਰਜਨ ਦੇਵ ਮਹਾਰਾਜ ਜੀ ਬੜੇ ਹੀ ਵਿਸਥਾਰ ਦੇ ਨਾਲ ਸੰਸਾਰੀ ਜੀਵਾਂ ਨੂੰ ਸਮਝਾ ਰਹੇ ਹਨ। ਇਸ ਸ਼ਬਦ ਵਿੱਚ ਸਤਿਗੁਰੂ ਜੀ ਜਗਿਆਸੂ ਅਤੇ ਮਹਾਤਮਾ ਦੇ ਸੰਵਾਦ ਦੁਆਰਾ ਕਥਨ ਕਰਦੇ ਹਨ ਕਿ ਜਿਵੇਂ ਕੋਈ ਵਪਾਰੀ ਵਪਾਰ ਕਰਨ ਵਾਸਤੇ ਆਉਂਦੇ ਹਨ, ਇਉਂ ਜਗਾਸੂ ਆਪਣੀ ਅਵਸਥਾ ਦੱਸਦਾ ਹੈ ਤੇ ਗੁਰੂ ਜੀ ਰੂਪਕ ਅਲੰਕਾਰ ਉਚਾਰਨ ਕਰਦੇ ਹਨ। ਮਹਾਰਾਜ ਜੀ ਕਹਿਣ ਲੱਗੇ, ਪਰਦੇਸ ਝਾਗ ਸੌਦੇ ਕੋ ਆਇਆ ਹੈ ਸਤਿਗੁਰੂ ਜੀ, ਮੈਂ 84 ਲੱਖ ਜੂਨਾ ਰੂਪੀ ਪਰਦੇਸ ਪਰਾਏ ਦੇਸਾਂ ਨੂੰ ਝਾਗ ਲੰਘ ਕੇ ਮਨੁੱਖਾ ਜੂਨੀ ਵਿੱਚ ਤੁਹਾਡੇ ਪਾਸ ਨਾਮ ਰੂਪੀ ਸੌਦੇ ਨੂੰ ਪ੍ਰਾਪਤ ਕਰਨ ਲਈ ਆਉਣਾ ਕੀਤਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਬੇਨਤੀਆਂ ਕਰਦੇ ਹਨ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਅੱਗੇ। ਮਹਾਰਾਜ ਜੀ ਕਹਿਣ ਲੱਗੇ, ਪਰਦੇਸ ਝਾਗ ਸੌਦੇ ਕੋ ਆਇਆ ਹੇ ਸਤਿਗੁਰੂ ਜੀ, ਮੈਂ 84 ਲੱਖ ਜੂਨਾ ਰੂਪੀ ਪਰਾਏ ਦੇਸਾਂ ਨੂੰ ਲੰਘ ਕੇ ਮਨੁੱਖਾ ਜੂਨੀ ਵਿੱਚ ਤੁਹਾਡੇ ਪਾਸ ਨਾਮ ਰੂਪੀ ਸੌਦੇ ਨੂੰ ਪ੍ਰਾਪਤ ਕਰਨ ਲਈ ਆਉਣਾ ਕੀਤਾ ਹੈ। ਬਸਤ ਅਨੂਪ ਸੁਣੀ ਲਾਭਾਇਆ, ਮੈਂ ਤੁਹਾਡੇ ਪਾਸ ਅਨੂਪ ਉਪਮਾ ਤੋਂ ਰਹਿਤ ਨਾਮ ਰੂਪੀ ਵਸਤੂ ਸੁਣਨਾ ਕੀਤੀ ਹੈ ਕਿ ਤੁਹਾਡੇ ਕੋਲ ਉਪਮਾ ਤੋਂ ਰਹਿਤ ਨਾਮ ਰੂਪੀ ਵਸਤੂ ਹੈ, ਉਹ ਵਸਤੂ ਸੁਣਨਾ ਕੀਤੀ ਹੈ, ਜਿਸ ਕਰਕੇ ਮੇਰਾ ਚਿੱਤ ਲੋਭਾਏ ਮਨ ਹੋ ਗਿਆ ਹੈ। ਜਿਸ ਕਰਕੇ ਮੇਰਾ ਚਿੱਤ ਲਾਭ ਵਾਸਤੇ ਆਇਆ ਹੈ ਕਿ ਨਾਮ ਦਾ ਲਾਭ ਪ੍ਰਾਪਤ ਹੋ ਜਾਏ, ਕਿ ਚਿੱਤ ਨੂੰ ਲੁਭਾਏ ਮਾਨ ਹੋ ਕੇ ਆਤਮਾਨੰਦ ਰੂਪੀ ਲਾਭ ਪ੍ਰਾਪਤ ਹੋਵੇ ਨਾਮ ਦੁਆਰਾ, ਕਿ ਮੈਂ ਤੁਹਾਡੇ ਪਾਸ ਆਉਣਾ ਕੀਤਾ ਹੈ। ਮਹਾਰਾਜ ਜੀ ਅੱਗੇ ਕਹਿਣ ਲੱਗੇ, ਗੁਣ ਰਾਸ ਬੰਨ ਪੱਲੇ ਆਨੀ, ਹੇ ਮਹਾਰਾਜ ਮੈਂ ਸਰਦਾ ਆਦਿਕ ਸ਼ੁਭ ਗੁਣਾ ਰੂਪੀ ਰਾਸ ਪੂੰਜੀ ਕਿ ਅੰਤਸ ਕਰਨ ਹਿਰਦੇ ਰੂਪੀ ਪੱਲੇ ਬੰਨ ਕੇ ਲਿਆਉਣਾ ਕੀਤੀ ਹੈ। ਗੁਣ ਰਾਸ ਬੰਨ ਪੱਲੇ ਆਨੀ, ਹੇ ਮਹਾਰਾਜ ਮੈਂ ਸਰਦਾ ਆਦਿਕ ਸ਼ੁਭ ਗੁਣਾ ਰੂਪੀ ਪੂੰਜੀ ਆਪਣੇ ਹਿਰਦੇ ਰੂਪੀ ਪੱਲੇ ਵਿੱਚ ਬੰਨ ਕੇ ਲਿਆਉਣਾ ਕੀਤੀ ਹੈ। ਆਪ ਜੀ ਦੇ ਪਾਸ ਨਾਮ ਰੂਪੀ ਰਤਨ ਦੇਖ ਰਤਨ ਇਹੋ ਮਨ ਲਪਟਾਨੀ, ਕਿ ਆਪ ਜੀ ਦੇ ਪਾਸ ਨਾਮ ਰੂਪੀ ਰਤਨ ਮਾਣਕ ਦੇਖ ਕੇ ਮੇਰੇ ਮਨ ਦੀ ਬਿਰਤੀ ਲਪਟਾਨੀ ਲੰਪਟ ਹੋ ਗਈ ਹੈ। ਸਾਹਾ ਵਪਾਰੀ ਦੁਆਰੇ ਆਏ, ਹੇ ਸਾਹ ਸਾਹੂਕਾਰ ਰੂਪੀ ਸਤਿਗੁਰੂ ਜੀ, ਅਸੀਂ ਵਪਾਰੀ ਵਪਾਰ ਕਰਨ ਵਾਲੇ ਹੋ ਕੇ ਤੁਹਾਡੇ ਸਤਸੰਗ ਰੂਪੀ ਦਰਵਾਜ਼ੇ ਤੇ ਆਏ ਹਾਂ। ਇਸ ਕਰਕੇ ਬਖਰ ਕਾਢੋ ਸੌਦਾ ਕਰਾਏ, ਇਸ ਕਰਕੇ ਆਪ ਜੀ ਆਪਣੀ ਰਸਨਾ ਤੋਂ ਨਾਮ ਰੂਪੀ ਪਦਾਰਥ ਕੱਢਣਾ ਕਰੋ, ਨਾਮ ਰੂਪੀ ਪਦਾਰਥ ਦੇਣਾ ਕਰੋ ਅਤੇ
ਨਾਮ ਦੀ ਦਾਤ ਬਖਸ਼ ਕੇ ਸਾਡਾ ਸੌਦਾ ਕਰਾਉਣਾ ਕਰੋ। ਰਹਾਓ। ਵਿਸ਼ਰਾਮ ਦਾ ਕੇ ਅੱਗੇ ਮਹਾਰਾਜ ਜੀ ਕਹਿਣ ਲੱਗੇ ਕਿ ਗੁਰੂ ਜੀ ਨੇ ਕਿਹਾ ਕਿ ਤੂੰ ਕਿਸ ਦੇ ਕਹਿਣ ਤੇ ਆਇਆ ਹੈ? ਤਾਂ ਕਹਿਣ ਲੱਗਿਆ ਸਾਹੇ ਪਠਾਇਆ, ਸਾਹੈ ਪਾਸ, ਅਮੋਲ ਰਤਨ ਅਮੋਲਾ ਰਾਸ। ਕਹਿਣ ਲੱਗੇ ਹੇ ਸਾਹੈ ਸਾਹੂਕਾਰ ਰੂਪੀ ਸਤਿਗੁਰੂ ਜੀ, ਮੈਨੂੰ ਤੁਹਾਡੇ ਪਾਸ ਤੁਹਾਡੇ ਕੋਲ ਸੰਤ ਰੂਪ ਸਾਹ ਨੇ ਭੇਜਣਾ ਕੀਤਾ ਹੈ। ਹੇ ਸਤਿਗੁਰੂ ਜੀ, ਤੁਹਾਡੇ ਪਾਸ ਅਮੋਲ ਰਤਨ ਅਨਮੋਲ ਬੇਕੀਮਤੇ ਰਤਨ ਮਾਣਕ ਦੀ ਨਿਆਈ ਨਾਮ ਹੈ ਤੇ ਅਮੋਲਾ ਰਾਸ, ਤੇ ਸਾਡੇ ਕੋਲ ਵੀ ਅਮੋਲਾ ਅਮੋਲਕ ਸਰਦਾ ਰੂਪੀ ਰਾਸ ਪੂੰਜੀ ਹੈ। ਇਸ ਪ੍ਰਕਾਰ ਜਦੋਂ ਜਗਿਆਸੂ ਨੇ ਬੇਨਤੀ ਕੀਤੀ ਤਾਂ ਸਤਿਗੁਰੂ ਜੀ ਉਚਾਰਦੇ ਹਨ, ਕਹਿਣ ਲੱਗੇ ਬਿਸ਼ਟ ਸੁਭਾਈ ਪਾਇਆ ਮੀਤ। ਹੇ ਜਗਿਆਸੂ, ਜਿਸ ਵੇਲੇ ਮਹਾਤਮਾ ਨੇ ਬਿਸ਼ਟ ਗੁਣਵਾਨ ਵਕੀਲ ਵਿਚੋਲੇ ਅਤੇ ਸੁਭਾਈ ਸੋਭਾ ਦੇਣ ਵਾਲੇ ਮੀਤ ਮਿੱਤਰ ਰੂਪ ਸਤਿਗੁਰੂ ਜੀ ਨੂੰ ਪਾਉਣਾ ਕੀਤਾ, ਸੌਦਾ ਮਿਲਿਆ, ਫਿਰ ਉਹਨਾਂ ਨੂੰ ਗੁਰਾਂ ਕੋਲੋਂ ਨਾਮ ਰੂਪੀ ਸੌਦਾ ਮਿਲ ਗਿਆ। ਤਦ ਨਿਹਚਲ ਚੀਤ, ਤਦ ਉਹਨਾਂ ਦਾ ਚੀਤ ਚਿੱਤ ਨਿਹਚਲ ਅਚਲ ਹੋ ਗਿਆ। ਇਉਂ ਤੂੰ ਵੀ ਸਤਿਗੁਰਾਂ ਨੂੰ ਵਿਚੋਲਾ ਪਾ ਕੇ ਹਰੀ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਮਨ ਨੂੰ ਰੰਗਣਾ ਕਰ ਕਿ ਜੋ ਪਰਮੇਸ਼ਰ ਦਾ ਨਾਮ ਗੁਰੂ ਤੋਂ ਮਿਲਦਾ ਹੈ, ਗੁਰੂ ਵਿਚੋਲਾ ਹੈ। ਹਰ ਦਰਗਹਿ ਕਾ ਬਸੀਠ, ਹਰ ਨਾਮੋ ਮੰਤਰ ਦ੍ਰਿੜਾਏਂਦਾ। ਜੋ ਗੁਰੂ ਮਨ ਦੇ ਵਿੱਚ ਨਾਮ ਰੂਪੀ ਮੰਤਰ ਨੂੰ ਪੱਕਾ ਕਰਦਾ ਹੈ, ਉਹ ਫਿਰ ਦਰਗਾਹ ਦੇ ਵਿੱਚ ਪਰਮੇਸ਼ਰ ਦੇ ਨਾਲ ਮੇਲ ਦਿੰਦਾ ਹੈ ਕਿ ਗੁਰੂ ਹੀ ਵਿਚੋਲਾ ਪਾਉਣਾ ਕਰ। ਗੁਰੂ ਤੋਂ ਨਾਮ ਦੀ ਦਾਤ ਲੈ ਕੇ ਪਰਮੇਸ਼ਰ ਦੇ ਨਾਲ ਮਿਲ ਜਾਏਗਾ। ਅੱਗੇ ਮਹਾਰਾਜ ਜੀ ਕਹਿਣ ਲੱਗੇ ਭਉ ਨਹੀਂ ਤਸਕਰ ਪਾਉਣ ਨਾ ਪਾਣੀ। ਫਿਰ ਉਹਨਾਂ ਨੂੰ ਪ੍ਰਤੱਖ ਤਸਕਰ ਚੋਰ ਤੇ ਪੌਣ ਹਵਾ ਅਤੇ ਪਾਣੀ ਜਲ ਆਦਿਕ ਦਾ ਡਰ ਨਹੀਂ ਰਹਿੰਦਾ। ਭਾਵ ਨਾਮ ਰੂਪੀ ਸੌਦੇ ਨੂੰ ਚੋਰ ਖੋਹ ਨਹੀਂ ਸਕਦੇ, ਹਵਾ ਉਡਾ ਨਹੀਂ ਸਕਦੀ ਤੇ ਪਾਣੀ ਡੋਬ ਨਹੀਂ ਸਕਦਾ। ਜੋ ਨਾਮ ਰੂਪੀ ਵਸਤੂ ਹੈ ਕਿ ਉਸ ਨਾਮ ਰੂਪੀ ਵਸਤੂ ਨੂੰ ਨਾ ਚੋਰ ਚਰਾ ਸਕਦਾ ਹੈ, ਨਾ ਹਵਾ, ਨਾ ਪਾਣੀ ਜਲ ਆਦਿਕ ਉਸ ਨੂੰ ਡੋਬ ਸਕਦਾ ਹੈ। ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੇ, ਨਾ ਉਸ ਨੂੰ ਭਾਹੇ ਅੱਗ ਸਾੜ ਸਕਦੀ ਹੈ। ਮਹਾਰਾਜ ਜੀ ਕਹਿਣ ਲੱਗੇ ਸਹਿਜ ਵਿਹਾਜੀ ਸਹਿਜ ਲੈ ਜਾਨੀ, ਕਿ ਉਹ ਨਾਮ ਰੂਪੀ ਵਸਤੂ ਨੂੰ ਸਹਿਜ ਸ਼ਾਂਤੀ ਪੂਰਵਕ ਵਿਹਾਜੀ ਖਰੀਦਦੇ ਹਨ ਅਤੇ ਨਾਮ ਦੇ ਅਭਿਆਸ ਦੁਆਰਾ ਉਹਨਾਂ ਦੀ ਬਿਰਤੀ ਸਹਿਜ ਗਿਆਨ ਸਰੂਪ ਪ੍ਰਭੂ ਵਿੱਚ ਲੀਨ ਹੋ ਜਾਂਦੀ ਹੈ। ਸਤਿਗੁਰਾਂ ਦੀ ਨਾਮ ਰੂਪੀ ਪਿਆਰੀ ਵਸਤੂ ਅਸੀਂ ਸਹਿਜ ਅਵਸਥਾ ਵਿੱਚ ਲੈ ਜਾਣੀ ਹੈ ਕਿ ਸਤ ਕੈ ਖਟਿਐ ਦੁੱਖ ਨਹੀਂ ਪਾਇਆ। ਨਾਮ ਰੂਪੀ ਸਤ ਸੱਚੀ ਵਸਤੂ ਦੇ ਖੱਟਣ ਕਰਕੇ ਜੰਮਣ ਮਰ ਰੂਪੀ ਦੁੱਖ ਨਹੀਂ ਪਾਉਣਾ ਕਰੀਦਾ। ਸਤ ਕੈ ਖੱਟਿਐ ਦੁੱਖ ਨਹੀਂ ਪਾਇਆ। ਨਾਮ ਰੂਪੀ ਸਤ ਸੱਚੀ ਵਸਤੂ ਦੇ ਖੱਟਿਆ ਖੱਟਣ ਕਰਕੇ ਜੰਮਣ ਮਰ ਰੂਪੀ ਦੁੱਖ ਨਹੀਂ ਪਾਉਣਾ ਕਰੀਦਾ। ਹੇ ਜਗਿਆਸੂ, ਤੂੰ ਵੀ ਸਹੀ ਸਲਾਮਤ ਘਰ ਲੈ ਆਇਆ। ਤੂੰ ਵੀ ਸਹੀ ਨਿਸ਼ਚੇ ਕਰਕੇ ਸਲਾਮਤ ਇਸਤਤ ਰੂਪ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਰੂਪੀ ਘਰ ਵਿੱਚ ਲੈ ਕੇ ਆਉਣਾ ਕਰ। ਇਉਂ ਸਤਿਗੁਰਾਂ ਦੇ ਬਚਨ ਸੁਣ ਕੇ ਜਗਿਆਸੂ ਸੰਸ਼ੇ ਤੋਂ ਬਿਨਾ ਹੋ ਕੇ ਇਸਤਤ ਰੂਪ ਪ੍ਰਭੂ ਦੇ ਨਾਮ ਨੂੰ ਹਿਰਦੇ ਰੂਪੀ ਘਰ ਵਿੱਚ ਲੈ ਕੇ ਆ ਗਿਆ। ਮਿਲਿਆ ਲਾਹਾ ਭਏ ਆਨੰਦ। ਇਸ ਪ੍ਰਕਾਰ ਜਗਿਆਸੂ ਰੂਪੀ ਬਣਜਾਰੇ ਨੂੰ ਨਾਮ ਰੂਪੀ ਸੌਦੇ ਦਾ ਲਾਹਾ ਲਾਭ ਮਿਲ ਗਿਆ ਹੈ।
ਜਿਸ ਕਰਕੇ ਭਏ ਆਨੰਦ, ਜਿਸ ਕਰਕੇ ਆਨੰਦ ਸੁਖ ਪ੍ਰਾਪਤ ਹੋਇਆ। ਧਨ ਸਾਹ ਪੂਰੇ ਬਖਸ਼ੰਦ, ਕਿ ਆਨੰਦ ਸਰੂਪ ਦੀ ਪ੍ਰਾਪਤੀ ਹੋ ਗਈ। ਹੇ ਪੂਰੇ ਪੂਰਨ ਸਾਹੂਕਾਰ ਰੂਪੀ ਗੁਰੂ ਜੀ, ਆਪ ਧਨਤਾ ਦੇ ਯੋਗ ਹੋ। ਤੁਸੀਂ ਨਾਮ ਦੀਆਂ ਦਾਤਾਂ ਬਖਸ਼ਿੰਦ ਬਖਸ਼ਣ ਵਾਲੇ ਹੋ। ਇਹੋ ਸੌਦਾ ਗੁਰਮੁਖ ਕਿਨੈ ਬਿਰਲੇ ਪਾਇਆ। ਇਹ ਨਾਮ ਰੂਪੀ ਸੌਦਾ ਕਿਸੇ ਬਿਰਲੇ ਟਾਵੇਂ ਟਾਵੇਂ ਗੁਰਮੁਖ ਨੇ ਪਾਉਣਾ ਕੀਤਾ ਹੈ। ਕੋਟਨ ਮੈਂ ਕੋ ਨਾਰਾਇਣ ਜੇ ਚੀਤ, ਕਿ ਕਰੋੜਾਂ ਦੇ ਵਿੱਚੋਂ ਬਿਰਲੇ ਹੀ ਹਨ ਜਿਨ੍ਹਾਂ ਨੇ ਨਾਮ ਰੂਪੀ ਸੌਦਾ ਪਾਉਣਾ ਕੀਤਾ ਹੈ। ਸਹਿਲੀ ਖੇਪ ਨਾਨਕ ਲੈ ਆਇਆ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਉਂ ਗੁਰਮੁਖ ਜਨ ਸਹਿਲੀ ਸਹਿਤ ਲਾਹੇ ਦੇ, ਨਾਮ ਰੂਪੀ ਖੇਪ ਪੂੰਜੀ, ਸਰੂਪ ਦੀ ਪ੍ਰਾਪਤੀ ਰੂਪ ਗਿਆਨ ਦੇ ਲਾਹੇ ਦੀ ਪੂੰਜੀ ਗੁਰਾਂ ਪਾਸੋਂ ਲੈ ਆਉਂਦੇ ਹਨ। ਜਿਹੜੇ ਗੁਰਮੁਖ ਜਨ ਹਨ ਉਹ ਬਿਰਲੇ ਬਿਰਲੇ ਹੀ ਹਨ ਜਿਹੜੇ ਨਾਮ ਰੂਪੀ ਸੌਦੇ ਨੂੰ ਇਕੱਠਾ ਕਰਦੇ ਹਨ। ਤਾਂ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਉਂ ਗੁਰਮੁਖ ਜਨ ਸਹਿਲੀ ਸਹਿਤ ਲਾਹੇ ਦੇ, ਨਾਮ ਰੂਪੀ ਪੂੰਜੀ, ਸਰੂਪ ਦੀ ਪ੍ਰਾਪਤ ਰੂਪੀ ਗਿਆਨ ਦੇ ਲਾਹੇ ਦੀ ਪੂੰਜੀ ਗੁਰਾਂ ਪਾਸੋਂ ਲੈ ਕੇ ਆਉਂਦੇ ਹਨ। ਆਸਾ ਮਹੱਲਾ ਪੰਜਵਾ। ਗੁਣ ਆਵਗਨ ਮੇਰੋ ਕਛ ਨਾ ਵਿਚਾਰੋ, ਨੈ ਦੇਖਿਓ ਰੂਪ ਰੰਗ ਸ਼ਿਗਾਰੋ। ਚੱਜ ਅਚਾਰ ਕਿਸ ਵਿਦ ਨਹੀਂ ਜਾਨੀ, ਬਾਹਾਂ ਪਕਰ ਪਿਰ ਸੇਜੈ ਆਨੀ। ਸੁਨਬੋ ਸਖੀ ਕੰਤ ਹਮਾਰੋ, ਕੀ ਅਲੋਖ ਸਮਾਨਾ। ਕਰ ਮਸਤਕ ਧਾਰ ਰਾਖਿਓ ਕਰ ਆਪਣਾ, ਕਿਆ ਜਾਣੈ ਇਹੋ ਲੋਗ ਅਜਾਨਾ। ਰਹਾਉ ਸੁਹਾਗ ਹਮਾਰੋ ਆਪ ਹੁਣ ਸੋਹਿਓ, ਕੰਤ ਮਿਲਿਓ ਮੇਰੋ ਸਭ ਦੁਖ ਜੋਹਿਓ। ਆਂਗਨ ਮੇਰਾ ਸੋਭਾ ਚੰਦ, ਨਿਸਬਾਸਰ ਪਿਰ ਸੰਗ ਆਨੰਦ। ਬਸਤਰ ਹਮਾਰੇ ਰੰਗ ਚਲੂਲ, ਸਾਗਲ ਆਭਾਰਣ ਸੋਭਾ ਕੰਠ ਫੂਲ। ਪਿਰ ਪੇਖੀ ਦ੍ਰਿਸ਼ਟ ਪਾਏ ਸਗਲ ਨਿਧਾਨ, ਦੁਸ਼ਟ ਦੂਤ ਕੀ ਚੂਕੀ ਕਾਨ। ਸਾਧ ਖੁਸ਼ੀਆਂ ਸਦਾ ਰੰਗ ਮਾਣੇ, ਨੌ ਨਿਧ ਨਾਮ ਗ੍ਰਹਿ ਮੈਂ ਤ੍ਰਿਪਤਾਨੇ। ਕਹੋ ਨਾਨਕ ਜੋ ਪਿਰਹਿ ਪਿਆਰੀ, ਥਿਰ ਸੁਹਾਗਨ ਸੰਗ ਪਧਾਰੀ। ਕਹੋ ਨਾਨਕ ਜੋ ਪਿਰਹਿ ਸਿਗਾਰੀ, ਥਿਰ ਸੁਹਾਗਨ ਸੰਗ ਪਧਾਰੀ। ਮਹਾਰਾਜ ਜੀ, ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਪਾਵਨ ਵਿੱਚ ਸਤਿਗੁਰੂ ਜੀ ਇੱਕ ਜਗਿਆਸੂ ਨੂੰ ਜੋ ਪਰਮੇਸ਼ਰ ਦੀ ਪ੍ਰਾਪਤੀ ਹੋਈ ਹੈ ਉਸ ਨੂੰ ਅਲੰਕਾਰ ਦੁਆਰਾ ਫਰਮਾਉਂਦੇ ਹਨ। ਕਹਿਣ ਲੱਗੇ ਗੁਣ ਅਵਗੁਣ ਮੇਰੋ ਕਛ ਨਾ ਵਿਚਾਰੋ, ਕਿ ਜਗਿਆਸੂ ਕਹਿੰਦਾ ਹੈ ਕਿ ਮੈਂ ਸਤ ਸੰਤੋਖ ਆਦਿਕ ਗੁਣਾਂ ਤੋਂ ਹੀਣਾ ਸੀ, ਪਰੰਤੂ ਮੇਰੇ ਆਵਗੁਣ ਗੁਨਾਹਾਂ ਨੂੰ ਕੁਝ ਵੀ ਵਿਚਾਰਨਾ ਨਹੀਂ ਕੀਤਾ। ਗੁਣ ਆਵਗੁਣ ਮੇਰੋ ਕਛ ਨਾ ਵਿਚਾਰੋ, ਕਿ ਜਗਿਆਸੂ ਕਹਿਣ ਲੱਗਿਆ ਮੈਂ ਸਤ ਸੰਤੋਖ ਆਦਿਕ ਗੁਣਾਂ ਤੋਂ ਹੀਣਾ ਸੀ, ਪਰੰਤੂ ਮੇਰੇ ਆਵਗੁਣ ਗੁਨਾਹਾਂ ਨੂੰ ਕੁਝ ਵੀ ਵਿਚਾਰਨਾ ਨਹੀਂ ਕੀਤਾ। ਅਤੇ ਨਹਿ ਦੇਖਿਓ, ਅਤੇ ਨਹਿ ਨਾ ਹੀ ਦਿਲ ਦੀ ਸਫਾਈ ਰੂਪੀ ਸੂਰਤ ਰੂਪ ਰੰਗ ਸ਼ਿਗਾਰੋ, ਨਾ ਰੰਗ ਪ੍ਰੇਮ ਅਤੇ ਨਾ ਹੀ ਵਿਵੇਕ ਬੈਰਾਗ ਸਾਧਨਾ ਰੂਪੀ ਸ਼ਿਗਾਰ ਦੇਖਣਾ ਕੀਤਾ।
ਚੱਜ ਅਚਾਰ ਕਿਸ ਵਿਧ ਨਹੀਂ ਜਾਣੀ। ਮੇਰੇ ਵਿੱਚ ਗਿਆਨ ਦਾ ਚੱਜ ਢੰਗ, ਨਿਸਕਾਮ ਕਰਮਾਂ ਰੂਪੀ ਸ੍ਰੇਸ਼ਟ ਆਚਰਨ ਵੀ ਨਹੀਂ ਸੀ, ਅਤੇ ਮਨ ਦੀ ਬਿਰਤੀ ਦਾ ਨਿਰੋਧ ਕਰ ਰੂਪੀ ਕੁਝ ਵਿਧੀ ਵੀ ਨਹੀਂ ਜਾਣਦਾ ਸੀ। ਬਾਹਾਂ ਪਾਕਰ ਫਿਰ ਸੇਜੈ ਆਨੀ, ਪਰੰਤੂ ਫਿਰ ਵੀ ਪਤੀ ਪਰਮਾਤਮਾ ਨੇ ਕਿਰਪਾ ਕਰਕੇ ਸਾਡੀ ਅੰਤਸਕਰਨ ਦੀ ਹਿਰਦੇ ਦੀ ਬਿਰਤੀ ਰੂਪੀ ਬਾਂਹ ਭੁਜਾ ਫੜ ਕੇ ਅੰਤਰਮੁਖ ਕਰਕੇ ਸਰਦਾ ਰੂਪੀ ਸੇਜਾ ਤੇ ਲਿਆਉਣਾ ਕੀਤਾ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਕਿ ਇੱਕ ਜਗਿਆਸੂ ਜੋ ਪਰਮੇਸ਼ਰ ਦੀ ਪ੍ਰਾਪਤੀ ਹੋਈ ਸੀ ਉਸ ਦਾ ਅਲੰਕਾਰ ਦੇ ਕੇ ਸਮਝਾ ਰਹੇ ਹਨ। ਗੁਣ ਆਵਗੁਣ ਮੇਰੋ ਕਛ ਨਾ ਵਿਚਾਰੋ, ਨਹਿ ਦੇਖਿਓ ਰੂਪ ਰੰਗ ਸ਼ਿਗਾਰੋ। ਚੱਜ ਅਚਾਰ ਕਿਸ ਵਿਧ ਨਹੀਂ ਜਾਣੀ, ਬਾਂਹ ਪਾਕਰ ਫਿਰ ਸੇਜੈ ਆਨੀ। ਕਹਿਣ ਲੱਗਿਆ ਮੈਂ ਸਤ ਸੰਤੋਖ ਆਦਿਕ ਗੁਣਾਂ ਤੋਂ ਹੀਣਾ ਸੀ, ਪਰੰਤੂ ਮੇਰੇ ਗੁਨਾਹਾਂ ਨੂੰ ਕੁਝ ਵੀ ਵਿਚਾਰਨਾ ਨਹੀਂ ਕੀਤਾ ਪਰਮੇਸ਼ਰ ਨੇ, ਅਤੇ ਨਾ ਹੀ ਦਿਲ ਦੀ ਸਫਾਈ ਰੂਪੀ ਸੂਰਤ, ਨਾ ਹੀ ਰੰਗ ਪ੍ਰੇਮ, ਅਤੇ ਨਾ ਹੀ ਵਿਵੇਕ ਵੈਰਾਗ ਸਾਧਨਾ ਰੂਪੀ ਸ਼ਿਗਾਰ ਦੇਖਣਾ ਕੀਤਾ ਹੈ। ਚੱਜ ਅਚਾਰ ਕਿਸ ਵਿਧ ਨਹੀਂ ਜਾਣੀ, ਨਾ ਮੇਰੇ ਵਿੱਚ ਗਿਆਨ ਦਾ ਚੱਜ, ਨਿਸਕਾਮ ਕਰਮਾਂ ਰੂਪੀ ਸ੍ਰੇਸ਼ਟ ਆਚਰਨ ਵੀ ਨਹੀਂ ਸੀ, ਅਤੇ ਮਨ ਦੀ ਬਿਰਤੀ ਦਾ ਨਿਰੋਧ ਕਰ ਰੂਪੀ ਕੁਝ ਵਿਧੀ ਵੀ ਨਹੀਂ ਆਉਂਦੀ ਸੀ ਮੈਨੂੰ, ਤਾਂ ਨਾ ਮੇਰੀ ਇਹ ਵਿਧੀ ਜਾਣਨਾ ਕੀਤੀ। ਪਰੰਤੂ ਫਿਰ ਵੀ ਫਿਰ ਸੇਜੈ ਆਨੀ, ਫਿਰ ਪਤੀ ਪਰਮਾਤਮਾ ਨੇ ਕਿਰਪਾ ਕਰਕੇ ਸਾਡੀ ਹਿਰਦੇ ਰੂਪੀ ਬਿਰਤੀ, ਹਿਰਦੇ ਰੂਪੀ ਸੇਜਾ ਉੱਤੇ ਅੰਤਰਮੁਖ ਹੋ ਕੇ ਸਰਦਾ ਰੂਪੀ ਸੇਜਾ ਤੇ ਲਿਆਉਣਾ ਕੀਤੀ ਹੈ। ਸੁਨਬੋ ਸਖੀ ਕੰਤ ਹਮਾਰੋ ਕੀ ਅਲੋਖ ਸਮਾਨਾ। ਕਹਿਣ ਲੱਗੇ ਜਗਿਆਸੂ ਕਿ ਇਹ ਮਹਾਤਮਾ ਰੂਪੀ ਸਹੇਲਿਓ ਸੁਣਨਾ ਕਰੋ, ਇਸ ਪ੍ਰਕਾਰ ਉਸ ਕੰਤ ਉਸ ਪਤੀ ਪਰਮਾਤਮਾ ਨੇ ਸਾਡਾ ਖਸਮਾਨਾ ਸਾਡਾ ਪੱਖ ਕੀਤਾ ਹੈ। ਕੀ ਅਲੋ ਕੀਤਾ। ਸੁਨਬੋ ਸਖੀ ਕੰਤ ਹਮਾਰੋ ਕੀ ਅਲੋ ਖਸਮਾਨਾ। ਕਿ ਜਗਿਆਸੂ ਕਹਿਣ ਲੱਗਿਆ ਹੈ ਮਹਾਤਮਾ ਰੂਪੀ ਸਹੇਲਿਓ ਕਿ ਸੁਨਬੋ ਸੁਣਨਾ ਕਰੋ, ਇਸ ਪ੍ਰਕਾਰ ਉਸ ਕੰਤ ਹਮਾਰੋ ਉਸ ਕੰਤ ਪਤੀ ਪਰਮਾਤਮਾ ਨੇ ਹਮਾਰੋ ਸਾਡਾ ਕੀ ਅਲੋ ਖਸਮਾਨਾ ਸਾਡਾ ਖਸਮਾਨਾ ਪੱਖ ਕੀ ਅਲੋ ਕੀਤਾ ਹੈ। ਕਰ ਮਸਤਕ ਧਾਰ ਰਾਖਿਓ ਕਰ ਆਪਣਾ। ਪਰਮੇਸ਼ਰ ਨੇ ਸਾਡੇ ਅੰਤਸਕਰਨ ਰੂਪੀ ਹਿਰਦੇ ਰੂਪੀ ਮਸਤਕ ਮੱਥੇ ਉੱਪਰ ਆਪਣਾ ਕਿਰਪਾ ਰੂਪੀ ਕਰ ਹੱਥ ਰੱਖ ਕੇ ਸਾਨੂੰ ਆਪਣਾ ਸੇਵਕ ਕਰਨਾ ਕੀਤਾ ਹੈ। ਪਰੰਤੂ ਕਿਆ ਜਾਣੈ ਇਹੋ ਲੋਗ ਅਜਾਨਾ। ਪਰੰਤੂ ਇਸ ਗੱਲ ਨੂੰ ਇਹ ਅਜਾਨਾ ਅਣਜਾਣ ਲੋਕ ਕੀ ਜਾਣ ਸਕਦੇ ਹਨ ਕਿ ਉਸ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ। ਸੁਨਬੋ ਸਖੀ ਕੰਤ ਹਮਾਰੋ ਕੀ ਅਲੋ ਖਸਮਾਨਾ। ਕਰ ਮਸਤਕ ਧਾਰ ਰਾਖਿਓ ਕਰ ਆਪਣਾ। ਕਿਆ ਜਾਣੈ ਇਹੋ ਲੋਗ ਅਜਾਨਾ। ਰਹਾਓ ਕਿ ਹੇ ਮਹਾਤਮਾ ਰੂਪੀ ਸਹੇਲਿਓ ਸੁਣਨਾ ਕਰੋ, ਇਸ ਪ੍ਰਕਾਰ ਉਸ ਕੰਤ ਪਤੀ ਪਰਮਾਤਮਾ ਨੇ ਸਾਡਾ ਖਸਮਾਨਾ ਪੱਖ ਕੀ ਅਲੋ ਕੀਤਾ ਹੈ। ਪਰਮੇਸ਼ਰ ਨੇ ਸਾਡੇ ਹਿਰਦੇ ਰੂਪੀ ਮੱਥੇ ਉੱਪਰ ਆਪਣਾ ਕਿਰਪਾ ਰੂਪੀ ਹੱਥ ਰੱਖ ਕੇ ਸਾਨੂੰ ਆਪਣਾ ਸੇਵਕ ਕਰਨਾ ਕੀਤਾ ਹੈ। ਪਰੰਤੂ ਕਿਆ ਜਾਣੈ ਇਹੋ ਲੋਗ ਅਜਾਨਾ। ਪਰੰਤੂ ਇਸ ਗੱਲ ਨੂੰ ਇਹ ਅਣਜਾਣ ਲੋਕ ਕੀ ਜਾਣ ਸਕਦੇ ਹਨ ਕਿ ਉਸ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ। ਰਹਾਉ ਵਿਸ਼ਰਾਮ ਦੇ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਗੇ ਕਥਨ ਕਰਦੇ ਹਨ। ਸੁਹਾਗ ਹਮਾਰੋ ਅਬ ਹੁਣ ਸੋਹਿਓ। ਮਹਾਰਾਜ ਜੀ ਕਹਿਣ ਲੱਗੇ ਸਾਡਾ ਅਬਨਾਸੀ ਆਨੰਦ ਇਸ ਵੇਲੇ ਸੋਹਿਓ ਸੋਭਨੀਕ ਹੋਇਆ ਹੈ। ਸੁਹਾਗ ਹਮਾਰੋ ਆਬ ਹੁਣ ਸੋਹਿਓ। ਹਮਾਰੋ ਸਾਡਾ ਅਬ ਅਬਨਾਸੀ ਸੁਹਾਗ ਆਨੰਦ ਇਸ ਵੇਲੇ ਸੋਭਨੀਕ
ਹੋਇਆ ਹੈ। ਕੰਤ ਮਿਲਿਓ ਮੇਰੋ ਸਭ ਦੁੱਖ ਜੋਹਿਓ। ਜਦੋਂ ਕੰਤ ਪਤੀ ਅਕਾਲ ਪੁਰਖ ਮਿਲ ਗਿਆ ਤਦੋਂ ਮੇਰਾ ਸਾਰਾ ਦੁੱਖ ਕਸ਼ਟ ਜੋ ਹੈ ਉਹ ਦੂਰ ਹੋ ਗਿਆ। ਕੰਤ ਮਿਲਿਓ ਮੇਰੋ ਸਭ ਦੁੱਖ ਜੋ ਹੈ ਉਹ, ਕਿ ਜਦੋਂ ਪਤੀ ਅਕਾਲ ਪੁਰਖ ਕੰਤ ਮਿਲ ਗਿਆ ਤਦੋਂ ਮੇਰਾ ਸਾਰਾ ਦੁੱਖ ਕਸ਼ਟ ਜੋ ਹੈ ਉਹ ਦੂਰ ਹੋ ਗਿਆ। ਆਂਗਨ ਮੇਰਾ ਸੋਭਾ ਚੰਦ, ਹੇ ਸਖੀਓ ਮੇਰਾ ਸਾਡੇ ਹਿਰਦੇ ਰੂਪੀ ਆਂਗਨ ਵਿਹੜੇ ਵਿੱਚ ਬੈਰਾਗ ਰੂਪੀ ਚੰਦਰਮਾ ਚੜ੍ਹਨ ਨਾਲ ਪ੍ਰਕਾਸ਼ ਹੋ ਗਿਆ ਹੈ। ਆਂਗਨ ਮੇਰਾ ਸੋਭਾ ਚੰਦ, ਕਿ ਹੇ ਸਖੀਓ ਸਾਡੇ ਹਿਰਦੇ ਰੂਪੀ ਵਿਹੜੇ ਵਿੱਚ ਬੈਰਾਗ ਰੂਪੀ ਚੰਦਰਮਾ ਚੜ੍ਹਨ ਨਾਲ ਪ੍ਰਕਾਸ਼ ਹੋ ਗਿਆ ਹੈ। ਸਾਡੇ ਹਿਰਦੇ ਰੂਪੀ ਵਿਹੜੇ ਵਿੱਚ ਚੰਦਰਮਾ ਦੀ ਨਿਆਈ ਪਰਮੇਸ਼ਰ ਦਾ ਪ੍ਰਕਾਸ਼ ਹੋ ਗਿਆ ਹੈ। ਭਗਤੀ ਰੂਪੀ ਚਾਂਦਨੀ ਅਤੇ ਸ਼ੁਭ ਗੁਣਾ ਰੂਪੀ ਤਾਰੇ ਚਮਕਦੇ ਹਨ। ਅਸੀਂ ਨਿਸ ਬਾਸਰ ਪਿਰ ਸੰਗ ਆਨੰਦ, ਕਿ ਅਸੀਂ ਨਿਸ ਰਾਤ ਬਾਸਰ ਦਿਨ ਪਿਆਰੇ ਪਤੀ ਅਕਾਲ ਪੁਰਖ ਦੇ ਨਾਲ ਅਭੇਦ ਹੋਏ ਹਾਂ ਤੇ ਨਿਸ਼ਚੇ ਰੂਪੀ ਆਨੰਦ ਮਾਣਦੇ ਹਾਂ। ਬਸਤਰ ਹਮਾਰਾ ਰੰਗ ਚਲੂਲ, ਕਹਿਣ ਲੱਗੇ ਸਾਡੇ ਇੰਦਰੀਆਂ ਰੂਪੀ ਖਿਮਾ ਪ੍ਰੇਮ ਅੰਤਸਕਰ ਰੂਪੀ ਬਸਤਰ ਕੱਪੜੇ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਚਲੂਲ ਗੂੜੇ ਸੂਖਮ ਹੋ ਗਏ ਹਨ, ਗੂੜੇ ਰੰਗ ਵਾਲੇ ਹੋ ਗਏ ਹਨ। ਨਾਮ ਗਿਆਨ ਰੂਪੀ ਗਾੜੇ ਰੰਗ ਵਿੱਚ ਰੰਗੇ ਗਏ ਹਨ। ਜੋ ਸਾਗਲ ਅਭਰਨ ਸੋਭਾ ਕੰਠ ਫੂਲ, ਜੋ ਫੂਲ ਪ੍ਰਫੁੱਲਤ ਹੋ ਕੇ ਕੰਠ ਗਲੇ ਨਾਲ ਪਰਮੇਸ਼ਰ ਦੀ ਵਡਿਆਈ ਉਸਤਤੀ ਕਰਨੀ ਹੈ। ਇਹੋ ਸਾਗਲ ਸਾਰੇ ਅਭਰਨ ਗਹਿਣੇ ਪਹਿਨੇ ਹੋਏ ਹਨ। ਵਿਵੇਕ ਬੈਰਾਗ ਆਦਿਕ ਸਾਰੇ ਸਾਧਨ ਰੂਪ ਆਭਰਨ ਭੂਸ਼ਣ ਪਹਿਨੇ ਹੋਏ ਹਨ ਅਤੇ ਜੋ ਪ੍ਰਫੁੱਲਤ ਹੋ ਕੇ ਪਰਮੇਸ਼ਰ ਦੇ ਗੁਣ ਗਾਉਣੇ ਹਨ। ਇਹੋ ਕੰਠ ਸਰਾਵਣ ਦਾ ਜੜਾਓ ਗਹਿਣਾ ਸੋਭਦਾਇਕ ਪਹਿਨਿਆ ਹੋਇਆ ਹੈ। ਪੇਰ ਪੇਖੀ ਦ੍ਰਿਸ਼ਟ ਪਾਏ ਸਗਲ ਨਿਧਾਨ, ਜਦੋਂ ਪਿਰ ਪਤੀ ਪਰਮੇਸ਼ਰ ਨੇ ਕਿਰਪਾ ਦ੍ਰਿਸ਼ਟੀ ਨਾਲ ਪੇਖੀ ਵੇਖਣਾ ਕੀਤਾ, ਬਿਰਤੀ ਇਕਾਗਰ ਹੋ ਕੇ ਬ੍ਰਹਮਕਾਰ ਹੋ ਗਈ, ਉਦੋਂ ਪਾਏ ਸਗਲ ਨਿਧਾਨ, ਉਦੋਂ ਮੈਂ ਸਗਲ ਸਾਰੇ ਨਿਧੀਆਂ ਸਿੱਧੀਆਂ ਰੂਪ ਮੁਕਤੀਆਂ ਰੂਪ ਨਿਧਾਨ ਖਜ਼ਾਨੇ ਪ੍ਰਾਪਤ ਕਰ ਲਏ। ਦੁਸ਼ਟ ਦੂਤ ਕੀ ਚੂਕੀ ਕਾਨ, ਕਾਮ ਕ੍ਰੋਧ ਰੂਪੀ ਦੁਸ਼ਟ ਬੈਰੀ ਅਤੇ ਦੂਤ ਜਮਦੂਤਾਂ ਆਦਿਕ ਦੀ ਕਾਨ ਕਨੌੜ ਚੁੱਕੀ ਗਈ। ਜਦੋਂ ਪਤੀ ਪਰਮੇਸ਼ਰ ਨੇ ਕਿਰਪਾ ਦ੍ਰਿਸ਼ਟੀ ਨਾਲ ਵੇਖਣਾ ਕੀਤਾ ਤਾਂ ਸਾਡੀ ਫਿਰ ਕਾਮ ਕ੍ਰੋਧ ਰੂਪੀ ਦੁਸ਼ਟ ਬੈਰੀ ਅਤੇ ਦੂਤ ਜਮਦੂਤਾਂ ਆਦਿਕ ਦੀ ਜਿਹੜੀ ਕਨੌੜ ਸੀ ਉਹ ਚੁੱਕੀ ਗਈ। ਸਦ ਖੁਸ਼ੀਆਂ ਸਦਾ ਰੰਗ ਮਾਣੇ, ਮਹਾਰਾਜ ਜੀ ਕਹਿਣ ਲੱਗੇ ਅਸੀਂ ਸਦੀਵ ਖੁਸ਼ੀਆਂ ਆਨੰਦ ਸਰੂਪ ਪਰਮੇਸ਼ਰ ਦੇ ਆਨੰਦ ਨੂੰ ਮਾਣਦੇ ਰਹਿੰਦੇ ਹਾਂ। ਇਸ ਲੋਕ ਵਿੱਚ ਹਮੇਸ਼ਾ ਹੀ ਖੁਸ਼ੀਆਂ ਹਨ ਅਤੇ ਸਦਾ ਸਰੂਪ ਆਨੰਦ ਰੂਪੀ ਬ੍ਰਹਮ ਦੇ ਆਨੰਦ ਨੂੰ ਮਾਣਦੇ ਹਾਂ। ਨੌ ਨਿਧ ਨਾਮ ਗ੍ਰਹਿ ਮੈਂ ਤ੍ਰਿਪਤਾਨੇ, ਨੌ ਨਿਧ ਨੌ ਨਿਧੀਆਂ ਦੇ ਦੇਣ ਵਾਲਾ ਪਰਮੇਸ਼ਰ ਦਾ ਨਾਮ ਸਾਡੇ ਹਿਰਦੇ ਰੂਪੀ ਗ੍ਰਹਿ ਘਰ ਵਿੱਚ ਹੋਣ ਕਰਕੇ ਅਸੀਂ ਤ੍ਰਿਪਤਾਨੇ, ਅਸੀਂ ਲੋਕ ਪਰਲੋਕ ਦੇ ਪਦਾਰਥਾਂ ਵੱਲੋਂ ਤ੍ਰਿਪਤਾਨੇ ਰੱਜ ਗਏ ਹਾਂ। ਕਹੋ ਨਾਨਕ ਜੋ ਪਿਰਹੇ ਸ਼ਿਗਾਰੀ, ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਦੋਂ ਪਿਰਹੇ ਪਤੀ ਅਕਾਲ ਪੁਰਖ ਨੇ ਆਪ ਪ੍ਰੇਮ ਬਸ ਹੋ ਕੇ ਮੈਨੂੰ ਜਗਿਆਸੂ ਰੂਪੀ ਇਸਤਰੀ ਨੂੰ ਸੋਭ ਗੁਣਾ ਸਹਿਤ ਬਿਰਤੀ ਬ੍ਰਹਮਕਾਰ ਕਰਨ ਰੂਪ
ਜਾਂ ਨਿਰਵਿਕਲਪ ਸਮਾਧੀ ਰੂਪੀ ਸ਼ਿੰਗਾਰ ਨਾ ਕੀਤਾ ਹੈ। ਥਿਰ ਸੁਹਾਗਨ ਸੰਗ ਪਧਾਰੀ, ਤਦੋਂ ਮੈਂ ਪਧਾਰੀ ਪਤੀ ਪਰਮੇਸ਼ਰ ਦੇ ਸਾਥ ਭਾਵ ਉਸ ਦੇ ਸਰੂਪ ਵਿੱਚ ਇਸਤਿਤ ਹੋਣ ਰੂਪੀ ਸੁਹਾਗਨ ਸੁਹਾਗਵੰਤੀ ਹੋਣਾ ਕੀਤੀ ਹੈ। ਆਸਾ ਮਹੱਲਾ ਪੰਜਵਾ। ਦਾਨ ਦੇ ਕਰ ਪੂਜਾ ਕਰਨਾ, ਲੈਤ ਦੇਤ ਉਨ ਮੂਕਰ ਪਰਨਾ। ਜਿਤ ਦਰ ਤੁਮ ਹੈ ਬ੍ਰਾਹਮਣ ਜਾਣਾ, ਤਿਤ ਦਰ ਤੂੰ ਹੀ ਹੈ ਪਛਤਾਣਾ। ਐਸੇ ਬ੍ਰਾਹਮਣ ਡੂਬੇ ਭਾਈ, ਨਿਰਾਪਰਾਧ ਚਿਤ ਬਹਿ ਬੁਰਿਆਈ ਰਹਾਉ। ਆਸਾ ਰਾਗ ਦੇ ਅੰਦਰ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ। ਜਿਸ ਟਾਈਮ ਬਾਣੀ ਉਚਾਰਨ ਕੀਤੀ ਉਸ ਟਾਈਮ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਿਰਾਜਮਾਨ ਸਨ। ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲੋਂ ਇੱਕ ਬ੍ਰਾਹਮਣ ਦਾਨ ਲੈਣ ਜਾਂਦਾ ਸੀ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਅੰਮ੍ਰਿਤਸਰ ਸਾਹਿਬ ਵਿਖੇ ਬਿਰਾਜਮਾਨ ਸਨ ਗੁਰਤਾ ਗੱਦੀ 'ਤੇ, ਕਿ ਉਸ ਸਮੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲੋਂ ਇੱਕ ਬ੍ਰਾਹਮਣ ਦਾਨ ਲੈਣ ਜਾਂਦਾ ਸੀ, ਦਾਨ ਲੈ ਕੇ ਆਉਂਦਾ ਸੀ ਅਤੇ ਦਾਨ ਲੈ ਕੇ ਗੁਰੂ ਘਰ ਦੀ ਨਿੰਦਿਆ ਵੀ ਕਰਦਾ ਸੀ। ਦਾਨ ਵੀ ਲੈ ਲੈਂਦਾ ਸੀ ਅਤੇ ਨਿੰਦਿਆ ਵੀ ਕਰਦਾ ਸੀ। ਇੱਕ ਦਿਨ ਸਿੱਖਾਂ ਨੇ ਉਸ ਨੂੰ ਗੁਰੂ ਘਰ ਦੀ ਨਿੰਦਿਆ ਕਰਦਿਆਂ ਸੁਣ ਲਿਆ। ਬ੍ਰਾਹਮਣ ਨੂੰ, ਜਿਹੜਾ ਦਾਨ ਲੈਂਦਾ ਸੀ, ਨਿੰਦਿਆ ਕਰਦਾ ਸੁਣ ਲਿਆ। ਜਦ ਅਗਲੇ ਦਿਨ ਦਾਨ ਲੈਣ ਆਇਆ ਤਾਂ ਸਿੱਖਾਂ ਨੇ ਸਤਿਗੁਰਾਂ ਦੇ ਪਾਸ ਜਾ ਕੇ ਕਿਹਾ ਕਿ ਮਹਾਰਾਜ ਜੀ, ਇਸ ਬ੍ਰਾਹਮਣ ਨੂੰ ਤੁਸੀਂ ਰੋਜ਼ ਦਾਨ ਦਿੰਦੇ ਹੋ, ਪਰ ਇਹ ਗੁਰੂ ਘਰ ਦੀ ਨਿੰਦਿਆ ਕਰਦਾ ਹੈ, ਗੁਰੂ ਘਰ ਦਾ ਹੀ ਖਾਂਦਾ ਹੈ। ਇਹ ਕਹਿੰਦਾ ਹੈ ਕਿ ਚੌਹਾਂ ਯੁੱਗਾਂ ਵਿੱਚ ਬ੍ਰਾਹਮਣ ਹੀ ਗੁਰੂ ਸੀ, ਹੁਣ ਕਲਯੁੱਗ ਵਿੱਚ ਇਹ ਛਤਰੀ ਗੁਰੂ ਬਣ ਕੇ ਬੈਠ ਗਏ ਹਨ। ਇਹ ਸੁਣ ਕੇ ਸਤਿਗੁਰੂ ਜੀ ਉਸ ਬ੍ਰਾਹਮਣ ਦੇ ਪਰਥਾਏ ਸ਼ਬਦ ਉਚਾਰਨ ਕਰਦੇ ਹਨ। ਕਹਿਣ ਲੱਗੇ, ਦਾਨ ਦੇ ਕਰ ਪੂਜਾ ਕਰਨਾ, ਕਿ ਇਹ ਬ੍ਰਾਹਮਣ ਤੇਰੇ ਤਾਈਂ ਅਸੀਂ ਦਾਨ ਦੇਣਾ ਕਰਦੇ ਹਾਂ ਅਤੇ ਤੂੰ ਦਾਨ ਲੈ ਕੇ ਠਾਕਰਾਂ ਦੀ ਪੂਜਾ ਆਚਰਨ ਵੀ ਕਰਦਾ ਹੈ। ਗੁਰੂ ਘਰ ਵਿੱਚੋਂ ਤੈਨੂੰ ਦਾਨ ਦਿੱਤਾ ਜਾਂਦਾ ਹੈ ਅਤੇ ਲੋਕ ਤੈਨੂੰ ਬ੍ਰਾਹਮਣ ਜਾਣ ਕੇ ਤੇਰੀ ਪੂਜਾ ਸਤਿਕਾਰ ਕਰਦੇ ਹਨ। ਪਰਮੇਸ਼ਰ ਦੀ ਦਿੱਤੀ ਹੋਈ ਦਾਤ ਤੂੰ ਲੈਤ ਦੇਤ ਉਨ ਮੂਕਰ ਭਰਨਾ, ਕਿ ਪਰਮੇਸ਼ਰ ਦੀ ਦਿੱਤੀ ਹੋਈ ਦਾਤ ਤੂੰ ਸੰਗਤਾਂ ਪਾਸੋਂ ਲੈਤ ਲੈਂਦਾ ਹੈ ਅਤੇ ਸੰਗਤਾਂ ਤੇਰੇ ਤਾਈਂ ਪਦਾਰਥ ਦੇਤ ਦਿੰਦੀਆਂ ਹਨ। ਉਨ ਮੂਕਰ ਭਰਨਾ, ਉਹਨਾਂ ਪਦਾਰਥਾਂ ਨੂੰ ਲੈ ਕੇ ਵੀ ਮੁਕਰਨ ਹੋ ਰਿਹਾ ਹੈ, ਮੁਕਰਨ ਵਾਲਾ ਹੋ ਰਿਹਾ ਹੈ ਕਿ ਮੈਨੂੰ ਕੋਈ ਦਾਨ ਨਹੀਂ ਦਿੰਦੇ, ਸਗੋਂ ਕਹਿੰਦਾ ਹੈ ਮੈਂ ਆਪ ਗੁਜ਼ਾਰਾ ਕਰਦਾ ਹਾਂ। ਉਸ ਪਰਮੇਸ਼ਰ ਦੇ ਸਿਮਰਨ ਭਜਨ ਵੱਲੋਂ ਮੁਨਕਰ ਹੋਇਆ ਪਿਆ ਹੈ। ਜਿਤ ਦਾਰ ਤੁਮ ਹੈ ਬ੍ਰਾਹਮਣ ਜਾਣਾ। ਕਹਿਣ ਲੱਗੇ, ਹੈ ਬ੍ਰਾਹਮਣ ਪੰਡਤ, ਜਿਤ ਦਾਰ ਜਿਹੜੀ ਦਰਗਾਹ ਵਿੱਚ ਤੂੰ ਮਰ ਕੇ ਜਾਣਾ ਹੈ। ਜਿਤ ਦਾਰ ਤੁਮ ਹੈ ਬ੍ਰਾਹਮਣ ਜਾਣਾ, ਕਿ ਹੈ ਬ੍ਰਾਹਮਣ ਪੰਡਤ, ਜਿਤ ਦਾਰ ਜਿਸ ਦਰਗਾਹ ਵਿੱਚ ਤੂੰ ਮਰ ਕੇ ਜਾਣਾ ਹੈ, ਤਿਤ ਦਰ ਤੂੰ ਹੀ ਹੈ ਪਛਤਾਣਾ। ਤਿਤ ਦਰ, ਕਿ ਉਸ ਦਰਗਾਹ ਵਿੱਚ ਪਰਲੋਕ ਵਿੱਚ ਜਾ ਕੇ ਤੈਨੂੰ ਹੀ ਪਛਤਾਣਾ, ਪਛਚਾਤਾਪ ਕਰਨਾ ਪਵੇਗਾ। ਐਸੇ ਬ੍ਰਾਹਮਣ ਡੂਬੇ ਭਾਈ। ਮਹਾਰਾਜ ਜੀ ਕਹਿਣ ਲੱਗੇ, ਹੈ ਭਾਈ ਭਰਾਵੋ,
ਅਜਿਹੇ ਬ੍ਰਾਹਮਣ ਪੰਡਤ ਨਿੰਦਿਆ ਰੂਪੀ ਪਾਣੀ ਵਿੱਚ ਪਾਪਾਂ ਵਿੱਚ ਡੁੱਬ ਗਏ ਹਨ, ਜੋ ਨਿਰਾਪਰਾਧ ਅਪਰਾਧ ਰਹਿਤ ਸਤਿਗੁਰੂ ਵਿੱਚ ਬੁਰਾਪਨ ਚਿਤਵਦੇ ਰਹਿੰਦੇ ਹਨ, ਨਿੰਦਿਆ ਕਰਦੇ ਰਹਿੰਦੇ ਹਨ। ਨਿਰਾਪਰਾਧ ਚਿਤਵਹਿ ਬੁਰਿਆਈ ਕਿ ਗੁਰਾਂ ਦੀ ਬੁਰਿਆਈ ਚਿਤਵਨੀ ਹੈ। ਇਹ ਨਿਰਾਪਰਾਧ ਨਿਰਾ ਅਪਰਾਧ ਗੁਨਾਹ ਹੀ ਹੈ। ਰਹਾਉ। ਵਿਸ਼ਰਾਮ ਦੇ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਗੇ ਸਮਝਾਉਂਦੇ ਹਨ। ਅੰਤਰ ਲੋਭ ਫਿਰਹਿ ਹਲਕਾਏ। ਇਹਨਾਂ ਅੰਦਰ ਹਿਰਦੇ ਵਿੱਚ ਪਦਾਰਥਾਂ ਦਾ ਲੋਭ ਲਾਲਚ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਅੰਤਰ ਲੋਭ, ਇਹਨਾਂ ਦੇ ਅੰਦਰ ਹਿਰਦੇ ਵਿੱਚ ਪਦਾਰਥਾਂ ਦਾ ਲੋਭ ਲਾਲਚ ਹੈ। ਅਤੇ ਫਿਰਹਿ ਹਲਕਾਏ, ਅਤੇ ਕੂਕਰ ਦੀ ਨਿਆਈ ਕੁੱਤੇ ਦੀ ਨਿਆਈ ਹਲਕੇ ਹੋਏ ਫਿਰਦੇ ਹਨ। ਨਿੰਦਾ ਕਰਹਿ ਸਿਰ ਭਾਰ ਉਠਾਏ। ਗੁਰੂ ਘਰ ਦੀ ਨਿੰਦਾ ਬਦਨਾਮੀ ਕਰਦੇ ਹਨ, ਜਿਸ ਕਰਕੇ ਸਿਰ ਉੱਪਰ ਪਾਪਾਂ ਦਾ ਭਾਰ, ਪਾਪਾਂ ਦਾ ਬੋਝ ਚੁੱਕੀ ਫਿਰਦੇ ਹਨ। ਮਾਇਆ ਮੂਠਾ ਚੇਤੈ ਨਾਹੀ। ਮਾਇਆ ਦਾ ਮੂਠਾ ਠੱਗਿਆ ਹੋਇਆ ਪਰਮੇਸ਼ਰ ਨੂੰ ਚੇਤੇ ਨਹੀਂ ਕਰਦਾ, ਯਾਦ ਨਹੀਂ ਕਰਦਾ। ਮਾਇਆ ਮੂਠਾ ਚੇਤੈ ਨਾਹੀ, ਕਿ ਇਹ ਮਾਇਆ ਦਾ ਮੂਠਾ ਠੱਗਿਆ ਹੋਇਆ ਪਰਮੇਸ਼ਰ ਨੂੰ ਚੇਤੇ ਯਾਦ ਨਹੀਂ ਕਰਦਾ। ਭਰਮੇ ਭੂਲਾ ਬਹੁਤੀ ਰਾਹੀ। ਅਤੇ ਭਰਮ ਵਿੱਚ ਭੂਲਾ ਭੁੱਲਿਆ ਹੋਇਆ ਦੇਵੀ ਦੇਵਤਿਆਂ ਦੀ ਉਪਾਸਨਾ ਰੂਪੀ ਬਹੁਤੀਆਂ ਰਸਤਿਆਂ ਤੇ ਪਿਆ ਹੋਇਆ ਹੈ। ਕਿ ਬਾਹਰ ਭੇਖ ਕਰਹਿ ਕਨੇਰੇ। ਦੁਨੀਆ ਨੂੰ ਛਾਲ ਲਈ ਬਾਹਰੋਂ ਸਰੀਰ ਉੱਪਰ ਤਿਲਕ ਆਦਿਕ ਲਗਾ ਕੇ ਕਨੇਰੇ ਬਹੁਤ ਬੇਸ ਕਰੀ ਫਿਰਦਾ ਹੈ, ਪਰੰਤੂ ਅੰਤਰ ਵਿਖਿਆ ਉਤਰੀ ਘੇਰੇ। ਪਰੰਤੂ ਅੰਦਰ ਹਿਰਦੇ ਵਿੱਚ ਵਿਸ਼ਿਆਂ ਰੂਪੀ ਜ਼ਹਿਰ ਮਾਇਆ ਬਾਸਨਾ ਰੂਪੀ ਘੇਰਾ ਪਾ ਕੇ ਉਤਰ ਗਈ ਹੈ। ਇਸ ਦੇ ਅੰਦਰ ਹਿਰਦੇ ਵਿੱਚ ਵਿਸ਼ਿਆਂ ਰੂਪੀ ਮਾਇਆ ਬਾਸਨਾ ਰੂਪੀ ਘੇਰਾ ਪਾ ਕੇ ਉਤਰ ਗਈ ਹੈ। ਜੀਵ ਮਾਇਆ ਦੇ ਭੁਲਾਏ ਹੋਏ ਵਿਸ਼ਿਆਂ ਵਿੱਚ ਘੇਰੇ ਰਹਿੰਦੇ ਹਨ, ਤੇ ਇਹਨਾਂ ਦੇ ਅੰਦਰੋਂ ਪਰਮੇਸ਼ਰ ਦੀ ਪ੍ਰੀਤੀ ਉਤਰ ਗਈ ਹੈ, ਪ੍ਰੀਤੀ ਚਲੀ ਗਈ ਹੈ। ਆਵਰ ਉਪਦੇਸੈ ਆਪ ਨਾ ਬੂਝੈ। ਜਿਹੜਾ ਬ੍ਰਾਹਮਣ ਆਵਰ ਹੋਰਨਾ ਤਾਈ ਉਪਦੇਸੈ ਉਪਦੇਸ਼ ਕਰਦਾ ਹੈ, ਆਪ ਨਾ ਬੂਝੈ, ਪਰੰਤੂ ਆਪ ਕੁਝ ਸਮਝਦਾ ਹੀ ਨਹੀਂ ਹੈ। ਜੈਸਾ ਕਿ ਆਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਕਿ ਐਸਾ ਬ੍ਰਾਹਮਣ ਕਹੀ ਨਾ ਸੀਜੈ। ਐਸਾ ਅਜਿਹਾ ਬ੍ਰਾਹਮਣ ਪੰਡਤ ਕਿਤੇ ਵੀ ਲੋਕ ਪਰਲੋਕ ਵਿੱਚ ਸੀਜੈ ਮੁਕਤ ਨਹੀਂ ਹੋ ਸਕਦਾ। ਮੂਰਖ ਬਾਮਨ ਪ੍ਰਭੂ ਸੰਭਾਲ, ਦੇਖਤ ਸੁਨਤ ਤੀਰੈ ਹੈ ਨਾਲ। ਹੇ ਮੂਰਖ ਬੇਸਮਝ ਪਰਮਾਰਥ ਗਿਆਨ ਤੋਂ ਹੀਣੇ ਬ੍ਰਾਹਮਣ, ਤੂੰ ਉਸ ਪ੍ਰਭੂ ਪਰਮੇਸ਼ਰ ਨੂੰ ਸੰਭਾਲਣਾ ਭਾਵ ਯਾਦ ਕਰਨਾ ਕਰ। ਦੇਖਤ ਸੁਨਤ ਤੇਰਾ ਹੈ ਨਾਲ, ਜੋ ਪਰਮੇਸ਼ਰ ਤੇਰੀਆਂ ਕਰਤੂਤਾਂ ਨੂੰ ਦੇਖਦਾ ਤੇ ਸੁਣਤ ਸੁਣਦਾ ਹੈ। ਤੇਰਾ ਹੈ ਨਾਲ ਅਤੇ ਸਦਾ ਹੀ ਤੇਰਾ ਨਾਲ ਤੇਰੇ ਸਾਥ ਹੀ ਹੈ। ਉਹ ਤੇਰੀਆਂ ਕਰਤੂਤਾਂ ਨੂੰ ਦੇਖਦਾ ਵੀ ਹੈ ਤੇ ਸੁਣਦਾ ਵੀ ਹੈ, ਪਰ ਤੂੰ ਉਸ ਪਰਮੇਸ਼ਰ ਨੂੰ ਯਾਦ ਨਹੀਂ ਕਰਦਾ। ਕਹੋ ਨਾਨਕ ਜੇ ਹੋਵੀ ਭਾਗ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਬ੍ਰਾਹਮਣ, ਜੇਕਰ ਤੇਰੇ ਚੰਗੇ ਭਾਗ ਹੋਣ ਤਾਂ ਤੂੰ ਮਾਨ ਛੋੜ ਗੁਰ ਚਰਨੀ ਲਾਗ। ਤਾਂ ਤੂੰ ਆਪਣਾ ਜਾਤੀ ਦਾ ਅਭਿਮਾਨ ਛੱਡ ਕਰਕੇ ਗੁਰਾਂ ਦੇ ਚਰਨਾ ਕਮਲਾਂ ਨਾਲ ਲੱਗਣਾ ਕਰ। ਜੇ ਤੇਰੇ ਭਾਗ ਜਾਗ ਪੈਣ ਤਾਂ ਤੂੰ ਗੁਰਾਂ ਦੇ ਚਰਨੀ ਲੱਗਣਾ ਕਰ। ਆਸਾ ਮਹੱਲਾ ਪੰਜਵਾ।
ਦੁਖ ਰੋਗ ਭਏ ਗਤ ਤਨ ਤੇ, ਮਨ ਨਿਰਮਲ ਹਰ ਹਰ ਗੁਣ ਗਾਏ। ਭਏ ਆਨੰਦ ਮਿਲ ਸਾਧੂ ਸੰਗ, ਅਬ ਮੇਰਾ ਮਨ ਕਤ ਹੀ ਨਾ ਜਾਏ। ਤਾਪਤ ਬੁਝੀ ਗੁਰ ਸਬਦੀ ਮਾਏ, ਬਿਨਸ ਗਇਓ ਤਾਪ ਸਭ ਸਹਿਸਾ। ਗੁਰ ਸੀਤਲ ਮਿਲਿਓ ਸਹਿਜ ਸੁਭਾਏ ਰਹਾਉ। ਧਾਵਤ ਰਹੇ ਏਕ ਇੱਕ ਬੂਝਿਆ, ਆਏ ਬਸੇ ਆਬ ਨੇ ਚਲ ਥਾਏ। ਜਗਤ ਉਦਾਹਰਨ ਸੰਤ ਤੁਮਾਰੇ, ਦਰਸ਼ਨ ਪੇਖਤ ਰਹੇ ਅਗਾਏ। ਜਨਮ ਦੋਖ ਪਰੇ ਮੇਰੇ ਪਾਛੈ, ਅਬ ਪਕਰੇ ਨਿਹਚਲ ਸਾਧੂ ਪਾਏ। ਸਹਿਜ ਧੁਨ ਗਾਵੈ ਮੰਗਲ ਮਨੁਆ, ਅਬ ਤਾਂ ਕੋ ਫੁਨ ਕਾਲ ਨਾ ਖਾਏ। ਕਰਨ ਕਾਰਨ ਸਮਰੱਥ ਹਮਾਰੇ, ਸੁਖਦਾਈ ਮੇਰੇ ਹਰ ਹਰ ਰਾਏ। ਨਾਮ ਤੇਰਾ ਜਪ ਜੀਵੈ ਨਾਨਕ, ਓਤ ਪੋਤ ਮੇਰਾ ਸੰਗ ਸਹਾਈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਆਸਾ ਰਾਗ ਦੇ ਅੰਦਰ 373 ਅੰਗ ਤੇ ਗੁਰਬਾਣੀ ਦੁਆਰਾ ਕਥਨ ਕਰਦੇ ਹਨ। ਮਹਾਰਾਜ ਜੀ ਕਹਿਣ ਲੱਗੇ ਦੁਖ ਰੋਗ ਭਏ ਗਤ ਤਨ ਤੇ। ਕਹਿਣ ਲੱਗੇ ਹੇ ਭਾਈ, ਜਦੋਂ ਹਰੀ ਪਰਮੇਸ਼ਰ ਦੇ ਗੁਣਾ ਤਾਈਂ ਗਾਉਣਾ ਕੀਤਾ, ਮਨ ਨਿਰਮਲ ਹਰ ਹਰ ਗੁਣ ਗਾਏ। ਜਦੋਂ ਹਰ ਹਰ ਹਰੀ ਪਰਮੇਸ਼ਰ ਦੇ ਗੁਣਾ ਤਾਈਂ ਗਾਉਣਾ ਕੀਤਾ, ਉਦੋਂ ਮਨ ਨਿਰਮਲ, ਮਨ ਹਿਰਦਾ ਵੀ ਨਿਰਮਲ ਉਜਲ ਸੁੱਧ ਹੋ ਗਿਆ। ਅਤੇ ਦੁਖ ਰੋਗ ਪਏ ਤਨ ਤੇ ਜਿਹੜੇ ਤਨ ਸਰੀਰ ਤੋਂ ਵੀ ਸਾਰੇ ਦੁੱਖ ਅਤੇ ਰੋਗ ਨਾਸ ਹੋ ਗਏ। ਜੰਮਣ ਮਨ ਰੂਪੀ ਦੁੱਖ ਅਤੇ ਹੰਕਾਰ ਆਦਿਕ ਰੋਗ ਵੀ ਨਿਵਰਤ ਹੋ ਗਏ। ਜਦੋਂ ਹਰੀ ਪਰਮੇਸ਼ਰ ਦੇ ਗੁਣਾ ਤਾਈਂ ਗਾਉਣਾ ਕੀਤਾ, ਉਦੋਂ ਮਨ ਹਿਰਦਾ ਵੀ ਉਜਲ ਹੋ ਗਿਆ, ਸੁੱਧ ਹੋ ਗਿਆ, ਤੇ ਤਨ ਸਰੀਰ ਤੋਂ ਵੀ ਸਾਰੇ ਦੁੱਖ ਰੋਗ ਨਾਸ ਹੋ ਗਏ। ਭਏ ਆਨੰਦ ਮਿਲ ਸਾਧੂ ਸੰਗ, ਕਿ ਸਾਧੂ ਮਹਾਤਮਾ ਜਨਾਂ ਦੀ ਸੰਗਤ ਵਿੱਚ ਮਿਲਣ ਕਰਕੇ ਆਨੰਦ ਸੁਖ ਸਰੂਪ ਨੂੰ ਪ੍ਰਾਪਤ ਹੋ ਗਏ ਹਾਂ। ਆਬ ਮੇਰਾ ਮਨ ਕਤ ਹੀ ਨਾ ਜਾਏ। ਆਬ ਹੁਣ ਮਹਾਰਾਜ ਜੀ ਕਹਿਣ ਲੱਗੇ ਸਾਡਾ ਮਨ, ਸਾਡਾ ਚਿੱਤ ਹੋਰ ਕਤ ਹੀ ਕਿਤੇ ਵੀ ਪਦਾਰਥਾਂ ਵੱਲ ਨਹੀਂ ਜਾਂਦਾ। ਤਾਪਤ ਬੁਝੀ ਗੁਰ ਸਬਦੀ ਮਾਏ, ਕਿ ਇਹ ਭਾਈ ਸਤਿਗੁਰਾਂ ਦੇ ਸ਼ਬਦੀ ਉਪਦੇਸ਼ ਦੀ ਕਮਾਈ ਕਰਕੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਰੂਪੀ ਤਾਪਸ ਬੁਝ ਗਈ, ਭਾਵ ਨਿਵਰਤ ਹੋ ਗਈ। ਬਿਨਸ ਗਇਓ ਤਾਪ ਸਭ ਸਹਿਸਾ, ਕਿ ਉਸ ਵੇਲੇ ਆਦਿ ਵਿਆਧੀ ਉਪਾਧੀ, ਇਹ ਜਿਹੜੇ ਤਾਪ ਸੀ ਇਹ ਸਾਰੇ ਜਿਹੜੇ ਨਾਸ ਹੋ ਗਏ ਹਨ। ਗੁਰ ਸੀਤਲ ਮਿਲਿਓ ਸਹਿਜ ਸੁਭਾਏ, ਕਿ ਜਦੋਂ ਸਹਿਜ ਸੁਭਾਏ ਸੋਤੇ ਸਿੱਧ, ਨਿਰਜਤਨ ਹੀ ਸੀਤਲ ਸਾਤ ਸਰੂਪ ਸਤਿਗੁਰੂ ਸਾਹਿਬ ਜੀ ਮਿਲ ਗਏ। ਉਸ ਵੇਲੇ ਆਦਿ ਵਿਆਧੀ ਉਪਾਧੀ, ਅਧਿਆਤਮ, ਅਧਿ ਭੂਤ, ਅਧਿ ਦੇਵ ਰੂਪੀ ਤਾਪ ਅਤੇ ਪ੍ਰਵਾਨ ਗਤ ਪ੍ਰੇਗਤ ਵਿਪਰਜੇ ਬੁੱਧੀ ਰੂਪੀ ਸੰਸਾ ਆਦਿਕ ਸਾਰੇ ਨਾਸ ਹੋ ਗਏ। ਜਦੋਂ ਸਹਿਜ ਸੁਭਾਏ ਕੇ ਸੋਤੇ ਸਿੱਧ, ਨਿਰਜਤਨ ਹੀ ਸੀਤਲ ਸਾਤ ਸਰੂਪ ਸਤਿਗੁਰੂ ਸਾਹਿਬ ਮਿਲ ਗਏ, ਉਦੋਂ ਹੀ ਸਾਰੇ ਆਦਿ ਵਿਆਧੀ ਨਾਸ ਹੋ ਗਏ। ਧਾਵਤ ਰਹੇ ਏਕ ਇੱਕ ਬੂਝਿਆ, ਜਦੋਂ ਇੱਕੋ ਇੱਕ ਪਰਮੇਸ਼ਰ ਨੂੰ ਗੁਰਾਂ ਦੁਆਰਾ ਬੁੱਝਿਆ ਸਮਝ ਲਿਆ, ਆਏ ਬਸੇ ਅਬ ਨਿਹਚਲ ਥਾਏ, ਤਾਂ ਉਦੋਂ ਮਨ ਪਦਾਰਥਾਂ ਦੀ ਤਰਫ ਦੌੜਨ ਤੋਂ ਰਹਿਤ ਹੋ ਗਿਆ ਅਤੇ ਆਬ ਹੁਣ ਨਿਹਚਲ ਅਚਲ ਸਰੂਪ ਰੂਪੀ ਅਸਥਾਨ ਵਿੱਚ ਆ ਕੇ ਵਸ ਗਏ ਹਾਂ। ਉਸ ਥਾਂ ਵਿੱਚ ਅਚਲ ਹੋ ਕੇ ਬੈਠ ਗਏ ਹਾਂ। ਧਾਵਤ ਰਹੇ ਏਕ ਇੱਕ ਬੂਝਿਆ, ਆਏ ਵਸੇ ਅਬ ਨਿਹਚਲ ਥਾਏ, ਜਦੋਂ ਇੱਕੋ ਇੱਕ ਪਰਮੇਸ਼ਰ ਨੂੰ ਗੁਰਾਂ ਦੁਆਰਾ
ਬੁੱਝ ਲਿਆ ਸਮਝ ਲਿਆ ਤਾਂ ਉਦੋਂ ਮਨ ਪਦਾਰਥਾਂ ਦੀ ਤਰਫ ਦੌੜਨ ਤੋਂ ਰਹਿਤ ਹੋ ਗਿਆ ਅਤੇ ਹੁਣ ਨਿਹਚਲ ਸਰੂਪ ਰੂਪੀ ਅਸਥਾਨ ਵਿੱਚ ਆ ਕੇ ਵਸ ਗਏ ਹਾਂ। ਜਗਤ ਉਦਾਹਰਨ ਸੰਤ ਤੁਮਾਰੇ ਦਰਸ਼ਨ ਪੇਖਤ ਰਹੇ ਅਗਾਏ। ਹੇ ਪਰਮੇਸ਼ਰ, ਤੁਹਾਡੇ ਸੰਤ ਉੱਤਮ ਭਗਤ ਜਨ ਸੰਸਾਰ ਦਾ ਉਧਾਰ ਕਰਨ ਵਾਲੇ ਹਨ। ਉਹਨਾਂ ਦਾ ਦਰਸ਼ਨ ਦੀਦਾਰ ਵੇਖ ਕਰਕੇ ਬਹੁਤ ਤ੍ਰਿਪਤ ਹੋ ਰਹੇ ਹਾਂ। ਜਨਮ ਦੋਖ ਪਰੇ ਮੇਰੇ ਪਾਛੈ, ਕਿ ਸਾਡੇ ਜਨਮਾਂ ਜਨਮਾਤਰਾਂ ਦੇ ਦੋਖ ਦੋਸ ਅਪਰਾਧ ਪਿੱਛੇ ਪੈ ਗਏ, ਭਾਵ ਦੂਰ ਹੋ ਗਏ। ਅਬ ਪਕਰੇ ਨਿਹਚਲ ਸਾਧੂ ਪਾਏ। ਆਪ ਹੁਣ ਸੰਤਾਂ ਮਹਾਤਮਾ ਦੇ ਪਾਏ ਚਰਨੀ ਪਕਰੇ ਪਾਕੜ ਕੇ ਅਚਲ ਹੋ ਗਏ ਹਾਂ। ਸਹਿਜ ਧੁਨ ਗਾਵੈ ਮੰਗਲ ਮਨੁਆ। ਹੈ ਭਾਈ, ਜਿਨ੍ਹਾਂ ਦਾ ਮਨੁਆ ਮਨ ਸਹਿਜ ਅਖੰਡ ਨਾਮ ਚਿੰਤਨ ਰੂਪ ਮੰਗਲਾਚਰਨ ਨੂੰ ਗਾਉਂਦਾ ਹੈ। ਆਬ ਤਾਂ ਕੋ ਫੁਨ ਕਾਲ ਨਾ ਖਾਏ। ਆਬ ਹੁਣ ਉਹਨਾਂ ਤਾਈਂ ਫਿਰ ਕਾਲ ਨਹੀਂ ਖਾ ਸਕਦਾ, ਭਾਵ ਉਹ ਮੁਕਤ ਹੋ ਜਾਂਦੇ ਹਨ। ਕਰਨ ਕਾਰਨ ਸਮਰੱਥ ਹਮਾਰੇ, ਸੁਖਦਾਈ ਮੇਰੇ ਹਰ ਹਰ ਰਾਏ। ਮਹਾਰਾਜ ਜੀ ਕਹਿਣ ਲੱਗੇ, ਹੇ ਸਾਰੇ ਕਰਨ ਕਾਰਨ, ਕਾਰਨਾਂ ਦੇ ਕਰਨ ਵਾਲੇ, ਭਾਵ ਜਗਤ ਦਾ ਕਾਰਨ ਜੋ ਤਤ ਆਦਿਕ ਹਨ, ਉਹਨਾਂ ਦਾ ਵੀ ਕਰਤਾ ਸਮਰੱਥ ਸ਼ਕਤੀਵਾਨ ਪ੍ਰਭੂ ਤੁਸੀਂ ਸਾਡੇ ਮਾਲਕ ਹੋ ਅਤੇ ਹਰੇਕ ਨੂੰ ਹਰੇ ਭਰੇ ਕਰਨ ਵਾਲੇ ਰਾਜਾ ਰੂਪ ਵਾਹਿਗੁਰੂ ਜੀ ਤੁਸੀਂ ਹੀ ਸਾਡੇ ਤਾਈਂ ਸੁਖਦਾਈ ਸੁਖ ਦੇਣ ਵਾਲੇ ਹੋ। ਨਾਮ ਤੇਰਾ ਜਪ ਜੀਵੈ ਨਾਨਕ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਪਰਮੇਸ਼ਰ, ਅਸੀਂ ਤਾਂ ਤੁਹਾਡਾ ਅੰਮ੍ਰਿਤ ਨਾਮ ਜਪ ਕੇ ਹੀ ਜਿਉਂਦੇ ਹਾਂ ਤੇ ਓਤ ਪੋਤ ਮੇਰਾ ਸੰਗ ਸਹਾਏ। ਕਿ ਤੁਸੀਂ ਓਤ ਪੋਤ ਤਾਣੇ ਪੇਟੇ ਵਾਂਗ ਹੋ ਕੇ ਸਾਡੇ ਨਾਲ ਸਹਾਇਤਾ ਕਰਨ ਵਾਲੇ ਹੋ, ਭਾਵ ਜਿਵੇਂ ਤਾਣੇ ਪੇਟੇ ਵਿੱਚ ਸੂਤ ਇੱਕੋ ਹੀ ਹੁੰਦਾ ਹੈ, ਇਉਂ ਪਰਮੇਸ਼ਰ ਸਾਡੇ ਪਿਆਰ ਵਿੱਚ ਅਤੇ ਅਸੀਂ ਉਸ ਦੀ ਲਿਵ ਵਿੱਚ ਪਰੋਤੇ ਹੋਏ ਹਾਂ। ਉਹ ਪਰਮੇਸ਼ਰ ਸਾਡਾ ਸੰਗੀ ਹੋ ਕੇ ਸਹਾਇਤਾ ਕਰਨ ਵਾਲਾ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੁਆਰਾ ਸਮਝਾਉਣਾ ਕੀਤਾ ਹੈ। ਅਗਲੇ ਸ਼ਬਦ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ ਪੰਜਵੇਂ ਪਾਤਸ਼ਾਹ, ਜਿਸ ਵੇਲੇ ਪ੍ਰਿਥੀ ਚੰਦ ਦੇ ਕਹਿਣ ਤੇ ਸੁਲਹੀ ਖਾਨ ਗੁਰੂ ਅਰਜਨ ਦੇਵ ਜੀ ਤੇ ਚੜ੍ਹਾਈ ਕਰਨ ਲਈ 5000 ਫੌਜ ਲੈ ਕੇ ਆਇਆ। ਜਿਸ ਵੇਲੇ ਪ੍ਰਿਥੀ ਚੰਦ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਭਰਾ ਸੀ ਕਿ ਉਹ ਪ੍ਰਿਥੀ ਚੰਦ ਦੇ ਕਹਿਣ ਤੇ ਸੁਲਹੀ ਖਾਨ ਗੁਰੂ ਜੀ ਤੇ ਚੜ੍ਹਾਈ ਕਰਕੇ 5000 ਫੌਜ ਲੈ ਕੇ ਆਇਆ। ਤਾਂ ਪਹਿਲਾਂ ਇਹ ਪ੍ਰਿਥੀ ਨੂੰ ਜਾ ਕੇ ਮਿਲਿਆ ਸੁਲਹੀ ਖਾਨ। ਪ੍ਰਿਥੀ ਚੰਦ ਇਸ ਨੂੰ ਆਪਣੇ ਪਿੰਡ ਕੋਠੇ ਗੁਰੂ ਕੇ ਲੈ ਗਿਆ, ਜਿਹੜਾ ਪਿੰਡ ਇਸ ਨੂੰ ਬਾਦਸ਼ਾਹ ਜਹਾਂਗੀਰ ਨੇ ਦਿੱਤਾ ਹੋਇਆ ਸੀ। ਫਿਰ ਉੱਥੋਂ ਆਵਾ ਦਿਖਾਉਣ ਲਈ ਚਲਿਆ ਗਿਆ ਲੈ ਕੇ ਸੁਲਹੀ ਨੂੰ। ਸੁਲਹੀ ਖਾਨ ਸ਼ਰਾਬ ਨਾਲ ਰੱਜਿਆ ਹੋਇਆ ਕਹਿਣ ਲੱਗਿਆ ਕਿ ਇੱਕੋ ਸਾਹ ਹੀ ਆਵੇ ਤੇ ਚੜ੍ਹਨਾ ਹੈ। ਪ੍ਰਿਥੀ ਚੰਦ ਤਾਂ ਪਿੱਛੇ ਰਹਿ ਗਿਆ, ਪਰ ਜਦੋਂ ਇਹ ਰੱਜਿਆ ਹੋਇਆ ਆਵੇ ਤੇ ਚੜ੍ਹਨ ਲੱਗਿਆ ਸ਼ਰਾਬ ਨਾਲ, ਤਾਂ ਉੱਪਰ ਜਾ ਕੇ ਇਸ ਦਾ ਪੈਰ ਤਿਲਕ ਗਿਆ ਤੇ ਅੱਗ ਵਿੱਚ ਡਿੱਗ ਗਿਆ। ਇਸ ਦੇ ਹੱਥ ਵਿੱਚ ਇੱਕ ਗੰਡਾਸਾ ਸੀ, ਉਹ ਇਸ ਦੇ ਗਲ ਵਿੱਚ ਵੱਜਿਆ ਤੇ ਇਹ ਅੱਗ ਦੇ ਵਿੱਚ ਹੀ ਝੁਲਸ ਕੇ ਮਰ ਗਿਆ। ਜਦੋਂ ਇਹ ਖਬਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਅਰਜਨ ਦੇਵ ਮਹਾਰਾਜ ਜੀ ਕੋਲ ਪਹੁੰਚੀ
ਤਾਂ ਸਤਿਗੁਰੂ ਜੀ ਨੇ ਉਸ ਗੁਰੂ ਘਰ ਦੀ ਨਿੰਦਿਆ ਕਰਨ ਵਾਲੇ ਸੁਲਹੀ ਖਾਨ ਦੇ ਪ੍ਰਥਾਏ ਇਹ ਸ਼ਬਦ ਸੰਗਤਾਂ ਵਿੱਚ ਉਚਾਰਨ ਕੀਤਾ। ਕਹਿਣ ਲੱਗੇ, ਅਰੜਾਵੈ ਬਿਰਲਾਵੈ ਨਿੰਦਕ, ਕਿ ਹੇ ਗੁਰਸਿੱਖੋ, ਨਿੰਦਿਆ ਕਰਨ ਵਾਲਾ ਅਰੜਾਵੈ, ਅਰੜਾਉਂਦਾ ਭਾਵ ਦੁਖੀ ਹੋ ਕੇ, ਬਿਰਲਾਵੈ ਬਿਰਲਾਪ ਕਰਦਾ, ਕਰਲਾਉਂਦਾ ਹੈ। ਜਿਵੇਂ ਸੁਲਹੀ ਖਾਨ ਅੱਗ ਵਿੱਚ ਡਿੱਗਿਆ ਹੋਇਆ ਬਿਰਲਾਪ ਕਰਦਾ ਸੀ। ਪਾਰ ਬ੍ਰਹਮ ਪਰਮੇਸ਼ਰ ਵਿਸਰਿਆ, ਕਿ ਜਿਸ ਨੂੰ ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਪਰਮੇਸ਼ਰ ਪਰਮਾਤਮਾ ਵਿਸਰਿਆ ਭੁੱਲਿਆ ਹੋਇਆ ਹੈ। ਆਪਣਾ ਕੀਤਾ ਪਾਵੈ ਨਿੰਦਕ, ਉਹ ਨਿੰਦਕ ਨਿੰਦਿਆ ਕਰਨ ਵਾਲਾ ਪੁਰਸ਼ ਆਪਣਾ ਕੀਤਾ ਕਰਿਆ ਹੋਇਆ ਹੀ ਫਲ ਪ੍ਰਾਪਤ ਕਰਦਾ ਹੈ। ਰਹਾਉ ਵਿਸਰਾਮ ਦੇ ਕੇ ਮਹਾਰਾਜ ਜੀ ਕਹਿਣ ਲੱਗੇ, ਜੇ ਕੋਈ ਉਸਕਾ ਸੰਗੀ ਹੋਵੈ ਨਾਲੇ ਲਏ ਸਿਧਾਵੈ। ਜੇਕਰ ਕੋਈ ਉਸ ਨਿੰਦਕ ਪੁਰਸ਼ ਦਾ ਕੋਈ ਸੰਗੀ ਸਾਥੀ ਹੋਵੇਗਾ, ਉਸ ਨੂੰ ਵੀ ਆਪਣੇ ਨਾਲ ਹੀ ਲੈ ਕੇ ਪਰਲੋਕ ਵਿੱਚ ਜਾਂਦਾ ਹੈ। ਜਿਵੇਂ ਸੁਲਹੀ ਖਾਨ ਦਾ ਸਾਥੀ ਸੁਲੱਥੀ ਖਾਨ, ਸੁਲੱਭੀ ਖਾਨ ਗੋਇੰਦਵਾਲ ਸਾਹਿਬ ਵਿਖੇ ਮਰ ਗਿਆ ਸੀ, ਕਿ ਜੇਕਰ ਕੋਈ ਉਸ ਨਿੰਦਕ ਪੁਰਸ਼ ਦਾ ਸੰਗੀ ਸਾਥੀ ਹੋਵੇਗਾ, ਉਸ ਨੂੰ ਵੀ ਆਪਣੇ ਨਾਲ ਹੀ ਲੈ ਕੇ ਪਰਲੋਕ ਜਾਂਦਾ ਹੈ। ਜਿਵੇਂ ਸੁਲਹੀ ਖਾਨ ਦਾ ਸਾਥੀ ਸੁਲੱਭੀ ਖਾਨ ਗੋਇੰਦਵਾਲ ਵਿਖੇ ਮਰ ਗਿਆ ਸੀ, ਤੇ ਇਸ ਨੂੰ ਵੀ ਨਾਲ ਹੀ ਲੈ ਗਿਆ। ਅਣਹੋਂਦਾ ਅਜਗਰ ਭਾਰ ਉਠਾਏ, ਨਿੰਦਕ ਅਗਨੀ ਮਾਹੇ ਜਲਾਵੈ। ਨਿੰਦਕ ਪੁਰਸ਼ ਨੇ ਨਿੰਦਿਆ ਕਰ ਰੂਪ ਅਣ ਹੋਇਆ ਹੀ ਅਜਗਰ ਦੁਖਦਾਈ ਵੱਡਾ ਭਾਰ ਬੋਝ ਆਪਣੇ ਸਿਰ ਤੇ ਚੁੱਕਿਆ ਹੋਇਆ ਹੈ, ਤੇ ਨਿੰਦਕ ਨਿੰਦਿਆ ਕਰਨ ਵਾਲਾ ਨਰਕ ਦੀ ਅਗਨੀ ਵਿੱਚ ਸਾੜਿਆ ਜਾਂਦਾ ਹੈ। ਜੋ ਸੁਲਹੀ ਖਾਨ ਸੜ ਕੇ ਮਰ ਗਿਆ ਹੈ, ਮੁਸਲਮਾਨਾਂ ਵਿੱਚ ਸੜ ਕੇ ਮਰਨ ਵਾਲੇ ਨੂੰ ਦੋਜ਼ਖ ਨੂੰ ਜਾਣਾ ਪੈਂਦਾ ਹੈ, ਇਉਂ ਨਰਕ ਦੀ ਅੱਗ ਵਿੱਚ ਪੈ ਕੇ ਸੜਨਾ ਪੈਂਦਾ ਹੈ। ਪਰਮੇਸ਼ਰ ਕੈ ਦੁਆਰੈ ਜੇ ਹੋਏ ਬਤੀਤੈ, ਸੋ ਨਾਨਕ ਆਖ ਸੁਣਾਵੈ। ਪਰਮੇਸ਼ਰ ਕੈ ਦੁਆਰੈ ਜੇ ਹੋਏ ਬਤੀਤੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਗੁਰਸਿੱਖੋ, ਪਰਮੇਸ਼ਰ ਅਕਾਲ ਪੁਰਖ ਦੇ ਦਰਬਾਰੈ ਦਰਵਾਜ਼ੇ ਤੇ ਜਿਹੜਾ ਨਿੰਦਕਾਂ ਦਾ ਹਾਲ ਬਤੀਤੈ ਬਤੀਤ ਹੁੰਦਾ ਹੈ, ਸੋ ਨਾਨਕ ਆਖ ਸੁਣਾਵੈ। ਸੋ ਉਹ ਮੈਂ ਆਖ ਮੁਖ ਦੁਆਰਾ ਕਹਿ ਕੇ ਤੁਹਾਡੇ ਤਾਈਂ ਸੁਣਾਇਆ ਹੈ। ਜਿਹੋ ਜਿਹੀ ਕਿਸੇ ਜੀਵ ਦੀ ਕਰਨੀ ਹੁੰਦੀ ਹੈ, ਉਹ ਜਿਹਾ ਹੀ ਉਸ ਦਾ ਸਮਾਂ ਬਤੀਤ ਹੁੰਦਾ ਹੈ, ਗੁਜ਼ਰਦਾ ਹੈ। ਇਹ ਆਖ ਕੇ ਸੁਣਾਇਆ ਹੈ, ਜੈਸਾ ਕਿ ਹਰ ਕੈ ਦਰ ਵਰਤਿਆ, ਸੋ ਨਾਨਕ ਆਖ ਸੁਣਾਇਆ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਸੰਗਤਾਂ ਨੂੰ ਸੁਲਹੀ ਬਾਰੇ ਸਮਝਾਉਣਾ ਕੀਤਾ ਹੈ ਕਿ ਗੁਰੂ ਘਰ ਦੀ ਨਿੰਦਿਆ ਕਰਦਾ ਸੀ ਤਾਂ ਆਵੇ ਦੇ ਵਿੱਚ ਹੀ ਸੜ ਕੇ ਮਰ ਗਿਆ। ਨਿੰਦਿਆ ਕਰਨ ਵਾਲਾ ਬਚਦਾ ਨਹੀਂ। ਪਰਮੇਸ਼ਰ ਕੈ ਦੁਆਰੈ ਜੋ ਹੋਏ ਬਤੀਤੈ, ਸੋ ਨਾਨਕ ਆਖ ਸੁਣਾਵੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਗੁਰਸਿੱਖੋ, ਪਰਮੇਸ਼ਰ ਅਕਾਲ ਪੁਰਖ ਦੇ ਦੁਆਰੈ ਦਰਵਾਜ਼ੇ ਤੇ ਜਿਹੜਾ ਨਿੰਦਕਾਂ ਦਾ ਹਾਲ ਬਤੀਤ ਹੁੰਦਾ ਹੈ, ਉਹ ਮੈਂ ਆਪਣੇ ਮੁਖ ਦੁਆਰਾ ਕਹਿ ਕੇ ਤੁਹਾਡੇ ਤਾਈਂ ਸੁਣਾਇਆ ਹੈ। ਜਿਹੋ ਜਿਹੀ ਕਿਸੇ ਜੀਵ ਦੀ ਕਰਨੀ ਹੁੰਦੀ ਹੈ, ਉਹੋ ਜਿਹੀ ਉਸ ਦਾ ਸਮਾਂ ਬਤੀਤ ਹੁੰਦਾ ਹੈ, ਉਹ ਜਿਹਾ ਸਮਾਂ ਹੀ ਗੁਜ਼ਰਦਾ ਹੈ। ਇਹ ਆਖ ਕੇ ਸੁਣਾਇਆ ਹੈ। ਆਖ ਸੁਣਾਵੈ ਆਖ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੁਣਾਉਣਾ ਕੀਤਾ ਹੈ। ਤਾਂ ਮਹਾਰਾਜ ਜੀ ਅੱਗੇ ਸਮਝਾ ਰਹੇ ਹਨ, ਭਗਤ ਜਨਾਂ ਕੋ ਸਦਾ ਆਨੰਦ ਹੈ, ਹਾਰ ਕੀਰਤਨ ਗਾਏ ਬਿਗਸਾਵੈ। ਪਰਮੇਸ਼ਰ ਦੇ ਭਗਤ ਸੇਵਕ ਜਨਾਂ ਨੂੰ ਹਮੇਸ਼ਾ ਹੀ ਆਨੰਦ ਸੁਖ ਸਰੂਪ ਦੀ ਪ੍ਰਾਪਤੀ ਹੋਈ ਰਹਿੰਦੀ ਹੈ।
ਅਤੇ ਹਰ ਕੀਰਤਨ ਗਾਏ ਬਿਗਸਾਵੈ। ਅਤੇ ਹਰੀ ਪਰਮੇਸ਼ਰ ਦੇ ਕੀਰਤਨ ਜਸ ਨੂੰ ਗਾ ਕੇ ਉਹਨਾਂ ਦੇ ਚਿੱਤ ਬਿਗਸਾਵੈ, ਖਿੜੇ ਰਹਿੰਦੇ ਹਨ। ਭਗਤ ਜਨਾਂ ਕੋ ਸਦਾ ਆਨੰਦ ਹੈ, ਹਰ ਕੀਰਤਨ ਗਾਏ ਬਿਗਸਾਵੈ। ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਉਚਾਰਨ ਕਰਦੇ ਹਨ ਕਿ ਪਰਮੇਸ਼ਰ ਦੇ ਭਗਤ ਸੇਵਕ ਜਨਾਂ ਨੂੰ ਹਮੇਸ਼ਾ ਹੀ ਆਨੰਦ ਸੁੱਖ ਸਰੂਪ ਦੀ ਪ੍ਰਾਪਤੀ ਹੋਈ ਰਹਿੰਦੀ ਹੈ ਅਤੇ ਪਰਮੇਸ਼ਰ ਦੇ ਜਸ ਨੂੰ ਗਾ ਕੇ ਉਹਨਾਂ ਦੇ ਚਿੱਤ ਖਿੜੇ ਰਹਿੰਦੇ ਹਨ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੁਆਰਾ ਗੁਰਬਾਣੀ ਦੁਆਰਾ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰਵਾਇਆ ਹੈ। ਗੁਰਬਾਣੀ ਪੜ੍ਹਦਿਆਂ ਤੋਂ ਵਿਚਾਰ